ਕਿ ਰਿਪਬਲਿਕ ਡੇ ਹੋਵੇ, ਪੂਰੇ ਦਿੱਲੀ ਦੇ ਵਿੱਚ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਹੋਣ ਤੇ 10,000 ਕਿਸਾਨਾਂ ਦਾ ਟੋਲਾ ਬਿਨਾਂ ਕਿਸੇ ਰੋਕ ਟੋਕ ਤੋਂ ਲਾਲ ਕਿਲ੍ਹੇ ਤੇ ਪਹੁੰਚ ਜਾਵੇ। ਇਸ ਕਿ ਸਰਕਾਰ ਵੀ ਇਹੀ ਚਾਹੁੰਦੀ ਸੀ ਕਿ ਇਹ ਨੌਜਵਾਨ ਜਿਹੜੇ ਇੱਥੇ ਆਉਣ ਤੇ ਕੁਝ ਨਾ ਕੁਝ ਹਿੰਸਕ ਕਰਨ, ਜਿਹਨੂੰ ਫਿਰ ਅਸੀਂ ਵਰਤ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਕਰੀਏ। ਕਿ ਦੀਪ ਸਿੱਧੂ ਇੱਕ ਨਵਾਂ ਚਿਹਰਾ ਆ, ਦੀਪ ਸਿੱਧੂ ਚੋਰ ਆ ਜਾਂ ਦੀਪ ਸਿੱਧੂ ਸਾਧ ਆ, ਇਸ ਦੇ ਬਾਰੇ ਅੰਦਾਜ਼ਾ ਲਾਉਣਾ ਵੀ ਹਾਲ ਦੀ ਘੜੀ ਮੁਸ਼ਕਿਲ ਆ। 10 ਲੱਖ ਬੰਦਾ ਇਕੱਠਾ ਹੋਇਆ, ਕਿਸੇ ਗੱਡੀ ਦਾ ਸ਼ੀਸ਼ਾ ਨਹੀਂ ਭੱਜਾ, ਕਿਸੇ ਲੜਕੀ ਨਾਲ ਛੇੜਖਾਨੀ ਨਹੀਂ ਹੋਈ, ਕਿਸੇ ਘਰ ਦਾ ਫੁੱਲ ਤੱਕ ਨਹੀਂ ਤੋੜਿਆ ਗਿਆ, ਕਿਤੇ ਕੋਈ ਵੱਟਾ ਨਹੀਂ ਚੱਲਿਆ, ਲੋਕ ਸਿਰਫ ਕਿਤੇ ਵੀ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਹੀਂ ਹੋਇਆ। ਸੋ ਇਹ ਗੱਲਾਂ ਜਿਹੜੀਆਂ ਸਿਫਤਾਂ ਤੁਹਾਡੀਆਂ ਦੂਜੇ ਲੋਕ ਕਰ ਰਹੇ ਆ, ਪਰ ਅਸੀਂ ਆਪਣੇ ਆਪ ਨੂੰ ਭੰਡੀ ਜਾ ਰਹੇ ਹਾਂ। ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਜੀ ਦਿੱਲੀ ਦੇ ਅੰਦਰ ਵੜਨਾ, ਫਿਰ ਕਹਿੰਦੇ ਵੀ ਦਿੱਲੀ ਦੇ ਅੰਦਰ ਨਹੀਂ ਵੜਨਾ, ਆਪਾਂ ਦਿੱਲੀ ਦੀ ਇਨਰ ਰਿੰਗ ਰੋਡ ਦੇ ਉੱਤੇ ਜਾਣਾ, ਫਿਰ ਕਹਿੰਦੇ ਜੀ ਇਨਰ ਰਿੰਗ ਰੋਡ 'ਤੇ ਨਹੀਂ ਜਾਣਾ, ਆਪਾਂ ਆਊਟਰ ਰਿੰਗ ਰੋਡ ਦੇ ਉੱਤੇ ਜਾਣਾ। ਹੁਣ ਖੁਦ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਨੇ, ਉਹ ਕਹਿ ਰਹੇ ਆ ਕਿ 26 ਜਨਵਰੀ ਦਾ ਪ੍ਰੋਗਰਾਮ ਜਿਹੜਾ ਉਹ ਸਾਡਾ ਨਹੀਂ ਸੀ। ਹੁਣ ਖੁਦ ਦੀਪ ਸਿੱਧੂ ਨੇ ਕਈ ਵਾਰੀ ਲਾਈਵ ਹੋ ਕੇ ਇਹ ਗੱਲ ਕਹੀ ਕਿ ਕਿਸਾਨ ਲੀਡਰਾਂ ਦੇ ਨਾਲ ਉਹ ਗੱਲ ਕਰਨਾ ਚਾਹੁੰਦੇ ਆ। ਇੱਕ ਵਾਰ ਫਿਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਤਕਰੀਬਨ ਆਹੀ ਸਮਾਂ ਸੀ ਪਿਛਲੇ ਸਾਲ ਜਦੋਂ ਕਰੋਨਾ ਜਿਹੜਾ ਆ ਉਹ ਦਸਤਕ ਦੇਣਾ ਲੱਗ ਪਿਆ ਸੀਗਾ। ਪੂਰੀ ਦੁਨੀਆ ਦੇ ਵਿੱਚ ਕਰੋਨੇ ਦੀ ਚਰਚਾ ਜਿਹੜੀ ਆ ਹੋਣੀ ਸ਼ੁਰੂ ਹੋ ਗਈ ਸੀ। ਅਤੇ ਮੈਨੂੰ ਯਾਦ ਹੈ ਕਿ ਉਸ ਵੇਲੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹਨਾਂ ਨੇ ਇੱਕ ਅਪੀਲ ਕੀਤੀ ਸੀ ਲੋਕਾਂ ਨੂੰ ਕਿ ਤੁਸੀਂ ਜੇ ਜ਼ਰੂਰੀ ਨਹੀਂ ਹੈਗਾ ਤਾਂ ਕਿਤੇ ਵੀ ਸਫ਼ਰ ਨਾ ਕਰੋ। ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਕਈ ਲੋਕਾਂ ਨੇ ਇਹ ਗੱਲ ਮੰਨੀ ਨਹੀਂ, ਉਹ ਕਰੂਜ਼ ਦੇ ਉੱਤੇ ਚਲੇ ਗਏ, ਆਪੋ ਆਪਣੇ ਹੌਲੀਡੇ ਡੈਸਟੀਨੇਸ਼ਨਸ 'ਤੇ ਚਲੇ ਗਏ। ਜੇ ਆਪਾਂ ਗੱਲ ਕਰੀਏ ਪੰਜਾਬੀਆਂ ਦੀ, ਤਾਂ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ ਘੁੰਮਣ ਫਿਰਨ ਵਾਸਤੇ ਪੰਜਾਬ ਚਲੇ ਗਏ। ਹਾਲਾਂਕਿ ਇਹ ਵੀ ਕਿਹਾ ਗਿਆ ਸੀ ਜਿਹੜੇ ਪੰਜਾਬ ਗਏ ਹੋਏ ਆ ਮੁੜ ਆਓ, ਪਰ ਉਸ ਵੇਲੇ ਕਿਸੇ ਨੇ ਸੁਣਿਆ ਨਾ। ਅਤੇ ਬਾਅਦ ਦੇ ਵਿੱਚ ਜਦੋਂ ਲੋਕਡਾਊਨ ਹੋ ਗਿਆ ਤਾਂ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਖੱਜਲ ਹੋਏ। ਕਈ ਮਹੀਨਿਆਂ ਬਾਅਦ ਜਿਹੜਾ ਉਹਨਾਂ ਨੂੰ ਕੈਨੇਡਾ ਆਉਣਾ ਦਾ ਸਬੱਬ ਬਣਿਆ, ਕਈਆਂ ਦੇ ਕੰਮਕਾਰ ਵੀ ਜਿਹੜੇ ਪ੍ਰਭਾਵਿਤ ਹੋਏ। ਹੁਣ ਫਿਰ ਇੱਕ ਵਾਰੀ ਜਸਟਿਨ ਟਰੂਡੋ ਨੇ ਉਹੋ ਜਿਹੀ ਹੀ ਅਪੀਲ ਦੁਬਾਰਾ ਕੀਤੀ ਹੈ। ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਕਿਹਾ ਕਿ ਤੁਸੀਂ ਕਿਤੇ ਵੀ ਸਫ਼ਰ ਕਰਨ ਦੇ ਵਾਸਤੇ ਜਿਹੜਾ ਆ ਉਹ ਨਾ ਜਾਓ। ਜੇ ਤੁਹਾਡੇ ਕੋਲ ਟਰੈਵਲ ਪਲਾਨ ਬਣੇ ਹੋਏ ਆ ਤਾਂ ਉਹਨਾਂ ਨੂੰ ਤੁਰੰਤ ਰੱਦ ਕਰ ਦਿਓ। ਉਹ ਕਹਿੰਦੇ ਵੀ ਜਿਹੜਾ ਕਰੋਨਾ ਵਾਇਰਸ ਆ, ਹਾਲਾਂਕਿ ਉਹਦੀ ਰੋਕਥਾਮ ਦੇ ਵਾਸਤੇ ਵੈਕਸੀਨ ਜਿਹੜੀ ਆ ਰਹੀ ਆ, ਕੈਨੇਡਾ ਦੇ ਵਿੱਚ ਫੈਲ ਰਹੀ ਆ, ਪਰ ਫਿਰ ਵੀ ਕਰੋਨਾ ਜਿਹੜਾ ਆ ਉਹ ਵੱਧ ਰਿਹਾ ਆ। ਅਤੇ ਜਿਹੜਾ ਮਾਡਲ ਕੈਨੇਡਾ ਸਰਕਾਰ ਦੇਖ ਰਹੀ ਆ ਉਹਦੇ ਵਿੱਚ ਲੱਗ ਰਿਹਾ ਕਿ ਜਿਹੜਾ ਕਰੋਨਾ ਵਿਗੜਿਆ ਜੀ, ਜਿਹੜਾ ਕਿ ਯੂਰਪ ਅਤੇ ਅਫਰੀਕਾ ਤੋਂ ਵਿਗੜ ਕੇ ਇੱਥੇ ਉਹ ਪਹੁੰਚ ਚੁੱਕਿਆ ਕੈਨੇਡਾ ਦੇ ਵਿੱਚ, ਉਹਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਲੋਕ ਪ੍ਰਭਾਵਿਤ ਹੋ ਸਕਦੇ ਆ। ਇਸ ਦੇ ਚੱਲਦਿਆਂ ਕਹਿੰਦੇ ਇੱਕ ਵਾਰੀ ਫਿਰ ਪਾਬੰਦੀਆਂ ਲੱਗ ਸਕਦੀਆਂ। ਸੋ ਇਸ ਕਰਕੇ ਪਹਿਲਾਂ ਹੀ ਤੁਹਾਨੂੰ ਆਗਾਹ ਕਰ ਰਹੇ ਹਾਂ ਕਿ ਤੁਸੀਂ ਜੇ ਕੋਈ ਆਪਣਾ ਟਰੈਵਲ ਪਲਾਨ ਬਣਾਇਆ, ਕਿਤੇ ਬਾਹਰ ਜਾ ਰਹੇ ਆ, ਕਿਸੇ ਬਾਹਰਲੇ ਮੁਲਕ ਜਾ ਰਹੇ ਆ, ਤਾਂ ਉਹ ਤੁਰੰਤ ਕੈਂਸਲ ਕਰ ਦਿਓ। ਸਾਡੇ ਬਹੁਤ ਸਾਰੇ ਪੰਜਾਬੀ ਜਿਹੜੇ ਆ ਉਹ ਜਾਣਾ ਚਾਹ ਰਹੇ ਆ ਕਿਤੇ ਬਾਹਰ, ਜਾਂ ਕਈਆਂ ਨੇ ਹਲੇ ਆਉਣਾ ਹੋਊਗਾ ਇੱਧਰ ਨੂੰ। ਸੋ ਉਹਨਾਂ ਨੂੰ ਇਹ ਚੇਤਾਵਨੀ ਜਿਹੜੀ ਆ ਜ਼ਰੂਰ ਧਿਆਨ ਵਿੱਚ ਰੱਖਣੀ ਚਾਹੀਦੀ ਹੈ। ਇਹ ਇੱਕ ਸੌਫਟ ਚੇਤਾਵਨੀ ਆ। ਉਸ ਤੋਂ ਬਾਅਦ ਦੇ ਵਿੱਚ ਜੇ ਕੇਸ ਵੱਧਦੇ ਆ ਤਾਂ ਇੱਕ ਹਾਰਡ ਚੇਤਾਵਨੀ ਵੀ ਆਊਗੀ ਸ਼ਾਇਦ, ਪਰ ਇਹ ਇੱਕ ਜਿਹੜਾ ਇਸ਼ਾਰਾ ਮਾਤਰ ਜਿਹੜੀ ਗੱਲ ਅੱਜ ਟਰੂਡੋ ਨੇ ਕਹੀ ਆ, ਇਹਦੇ ਉੱਤੇ ਜ਼ਰੂਰ ਅਮਲ ਹੋਣਾ ਚਾਹੀਦਾ ਆ। ਟਰੂਡੋ ਕਹਿੰਦੇ ਕਿ ਬੇਸ਼ੱਕ ਅਸੀਂ ਕੰਟਰੋਲ ਕਰਨ ਦੇ ਵੱਲ ਨੂੰ ਵੱਧ ਰਹੇ ਹਾਂ, ਪਰ ਅਸੀਂ ਜ਼ੀਰੋ ਨਹੀਂ ਕਰ ਸਕੇ ਹਜੇ ਤੱਕ ਕਰੋਨਾ ਨੂੰ। ਅਤੇ ਜਿੰਨਾ ਚਿਰ ਜ਼ੀਰੋ ਨਹੀਂ ਹੁੰਦਾ ਉਹਨਾਂ ਚਿਰ ਖਤਰਾ ਜਿਹੜਾ ਆ ਉਹ ਬਰਕਰਾਰ ਹੈਗਾ ਜੀ। ਇਸ ਦੇ ਨਾਲ ਹੀ ਸਾਡੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰ ਬੌਨੀ ਹੈਨਰੀ ਜਿਹੜੇ ਕਿ ਮੁੱਖ ਸਿਹਤ ਅਧਿਕਾਰੀ ਆ, ਉਹਨਾਂ ਨੇ ਫਿਰ ਇਹ ਗੱਲ ਕਹੀ ਹੈ ਕਿ ਤਕਰੀਬਨ 500 ਲੋਕ ਹਾਲੇ ਵੀ ਰੋਜ਼ਾਨਾ ਕਰੋਨਾ ਵਾਇਰਸ ਤੋਂ ਪੀੜਤ ਹੋ ਰਹੇ ਆ। ਅਤੇ ਪੂਰਾ ਜ਼ੋਰ ਲਾਉਣ ਦੇ ਬਾਵਜੂਦ ਵੀ ਉਹ ਕਹਿੰਦੇ ਅਸੀਂ ਕਾਬੂ ਨਹੀਂ ਕਰ ਸਕੇ ਹਾਲੇ ਤੱਕ ਇਸ ਨੂੰ। ਅਤੇ ਜੇ ਇਹੀ ਹਾਲ ਰਿਹਾ ਤਾਂ ਇੱਥੇ ਵੀ ਕੇਸ ਜਿਹੜੇ ਆ ਦੁਬਾਰਾ ਵੱਧ ਸਕਦੇ ਆ। ਅਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਬਹੁਤ ਸਾਰੀਆਂ ਬੰਦਿਸ਼ਾਂ ਸੂਬੇ ਵਿੱਚ ਲੱਗੀਆਂ ਹੋਈਆਂ ਆ, ਬਹੁਤ ਸਾਰੇ ਲੋਕ ਜਿਹੜੇ ਆ ਹਦਾਇਤਾਂ ਦੀ ਪਾਲਣਾ ਕਰ ਰਹੇ ਆ, ਪਰ ਜਿਹੜੇ ਲੋਕ ਪਾਲਣਾ ਨਹੀਂ ਕਰਦੇ ਉਹਨਾਂ ਦੇ ਵਾਸਤੇ ਹੋਰ ਬੰਦਿਸ਼ਾਂ, ਹੋਰ ਸਖਤੀ ਜਿਹੜੀ ਆ ਕੀਤੀ ਜਾ ਸਕਦੀ ਆ। ਅਤੇ ਡਾਕਟਰ ਬੌਨੀ ਹੈਨਰੀ ਨੇ ਵੀ ਟਰੂਡੋ ਦੀ ਤਰਜ਼ ਦੇ ਉੱਤੇ ਇਹ ਗੱਲ ਕਹੀ ਹੈ ਕਿ ਕਰੋਨਾ ਨੂੰ ਇਹ ਨਾ ਸਮਝੋ ਕਿ ਚਲੇ ਗਿਆ ਕਿਤੇ, ਕਰੋਨਾ ਹਾਲੇ ਇੱਥੇ ਹੀ ਆ, ਵੱਧ ਸਕਦਾ। ਇਹ ਸਾਡੇ ਉੱਤੇ ਡਿਪੈਂਡ ਕਰਦਾ ਕਿ ਅਸੀਂ ਕਿੰਨੀ ਕੁ ਸਾਵਧਾਨੀ ਦੇ ਨਾਲ ਵਿਚਰਦੇ ਹਾਂ। ਅਤੇ ਜੇ ਅਸੀਂ ਸਾਵਧਾਨੀ ਦੇ ਨਾਲ ਨਾ ਵਿਚਰੇ ਤਾਂ ਮੁੜ ਕੇ ਫਿਰ ਸੂਬੇ ਦੇ ਵਿੱਚ ਜਿਹੜਾ ਕਰੋਨਾ ਉਹ ਵੱਧ ਸਕਦਾ ਹੈ, ਹੋਰ ਬੰਦਿਸ਼ਾਂ ਜਿਹੜੀਆਂ ਉਹ ਲੱਗ ਸਕਦੀਆਂ। ਇਸ ਦੇ ਨਾਲ ਹੀ ਆਪਾਂ ਗੱਲ ਕਰਾਂਗੇ 26 ਜਨਵਰੀ ਨੂੰ ਲੈ ਕੇ ਹੋਏ ਮੁਜ਼ਾਹਰਿਆਂ ਦੀ। 26 ਜਨਵਰੀ ਨੂੰ ਹਰ ਸਾਲ ਭਾਰਤ ਦੇ ਗਣਤੰਤਰ ਦਿਵਸ ਦੇ ਉਲਟ ਸਿੱਖ ਜਥੇਬੰਦੀਆਂ ਨਾਰਥ ਅਮਰੀਕਾ ਦੇ ਵਿੱਚ ਅਤੇ ਯੂਰਪ ਦੇ ਵਿੱਚ ਅੱਡ ਅੱਡ ਥਾਂ ਦੇ ਉੱਤੇ ਮੁਜ਼ਾਹਰੇ ਕਰਦੀਆਂ। ਇਹ ਜਿਹੜੇ ਮੁਜ਼ਾਹਰੇ ਆ ਅਕਸਰ ਜੇ ਆਪਾਂ ਗੱਲ ਕਰੀਏ ਵੈਨਕੂਵਰ, ਸੈਨ ਫਰਾਂਸਿਸਕੋ, ਨਿਊਯਾਰਕ, ਟੋਰਾਂਟੋ, ਇਹ ਹੋਇਆ ਕਰਦੇ ਆ। ਅਤੇ ਜੇ ਆਪਾਂ ਯੂਰਪ ਦੀ ਗੱਲ ਕਰੀਏ ਤਾਂ ਫਰੈਂਕਫਰਟ, ਲੰਡਨ ਅਤੇ ਪੈਰਿਸ ਦੇ ਵਿੱਚ ਵੀ ਜਿਹੜੇ ਮੁਜ਼ਾਹਰੇ ਕੀਤੇ ਜਾਂਦੇ ਆ। ਪਰ ਇਸ ਵਾਰ ਕਿਉਂਕਿ ਨਾਲ ਕਿਸਾਨ ਸੰਘਰਸ਼ ਜੁੜਿਆ ਹੋਇਆ,
इस करके ਜਿਹੜੇ ਇਹਨਾਂ ਦੀ ਵਕਤ ਆ ਜਾਂ ਲੋਕਾਂ ਦੀ ਜਿਹੜੀ ਗਿਣਤੀ ਆ ਇਤਕੀ ਜ਼ਿਆਦਾ ਆ। ਤੇ ਅੱਜ ਵੀ ਇਹ ਜਿਹੜੇ ਮੁਜ਼ਾਹਰੇ ਆ ਇਹ ਅੱਡ ਅੱਡ ਥਾਂ ਤੋਂ ਹੋਣ ਦੀਆਂ ਖਬਰਾਂ ਜਿਹੜੀਆਂ ਆ ਰਹੀਆਂ। ਯੂਰਪ ਦੇ ਵਿੱਚ ਪਹਿਲਾਂ ਮੁਜ਼ਾਹਰੇ ਸ਼ੁਰੂ ਹੋਏ ਆ, ਲੰਡਨ ਦੇ ਵਿੱਚ, ਪੈਰਿਸ ਦੇ ਵਿੱਚ ਤੇ ਫਰੈਂਕਫਰਟ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਸੈਨ ਫਰਾਂਸਿਸਕੋ ਅਤੇ ਵੈਨਕੂਵਰ ਦੇ ਵਿੱਚ ਅੱਜ ਜਿਹੜੇ ਇਹ ਮੁਜ਼ਾਹਰੇ ਹੋਏ ਆ। ਤੇ ਨਾਲ ਦੀ ਨਾਲ ਨਿਊਯਾਰਕ ਤੇ ਟੋਰਾਂਟੋ ਤੋਂ ਵੀ ਇਹ ਮੁਜ਼ਾਹਰੇ ਹੋਣ ਦੀਆਂ ਖਬਰਾਂ ਜਿਹੜੀਆਂ ਉਹ ਮਿਲ ਰਹੀਆਂ ਆ। ਇੱਥੇ ਲੋਕਾਂ ਨੇ ਇਕੱਠੇ ਹੋ ਕੇ ਖੇਤੀ ਬਿੱਲ ਰੱਦ ਕਰਾਉਣ ਦੀ ਗੱਲ ਵੀ ਕੀਤੀ ਹੈ। ਜਿਹੜੇ ਸਿੱਖ ਕੈਦੀ ਨਜ਼ਰਬੰਦ ਕੀਤੇ ਹੋਏ ਆ ਭਾਰਤ ਸਰਕਾਰ ਨੇ ਉਹਨਾਂ ਦੀ ਰਿਹਾਈ ਦੀ ਮੰਗ ਵੀ ਕੀਤੀ ਹੈ। ਅਤੇ ਨਾਲ ਦੀ ਨਾਲ ਜਿਹੜੀ ਹੋਰ ਧੱਕੇਸ਼ਾਹੀ ਭਾਰਤ ਸਰਕਾਰ ਕਰ ਰਹੀ ਹੈ ਉਹਨੂੰ ਬੰਦ ਕਰਨ ਦੀ ਗੱਲ ਵੀ ਜਿਹੜੀ ਆ ਉਹ ਕੀਤੀ ਗਈ ਹੈ। ਸਾਰਿਆਂ ਸ਼ਹਿਰਾਂ ਦੇ ਵਿੱਚ ਹੋਏ ਇਹਨਾਂ ਮੁਜ਼ਾਹਰਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਸ਼ਾਮਲ ਹੋਏ ਆ। ਅੱਜ 26 ਜਨਵਰੀ ਨੂੰ ਅੱਡ ਅੱਡ ਸ਼ਹਿਰਾਂ ਦੇ ਵਿੱਚ ਅੱਡ ਅੱਡ ਥਾਂ ਦੇ ਉੱਤੇ ਕਿਸਾਨ ਸੰਘਰਸ਼ ਦੇ ਵਾਸਤੇ ਵੀ ਮੁਜ਼ਾਹਰੇ ਜਿਹੜੇ ਆ ਹੋ ਰਹੇ ਆ। ਸਰੀ ਦੀ ਸਕਾਟ ਰੋਡ ਅਤੇ 72 ਐਵਨਿਊ ਦੇ ਉੱਤੇ ਕੱਲ੍ਹ ਵੀ ਬਹੁਤ ਵੱਡਾ ਇਕੱਠ ਸੀਗਾ ਅਤੇ ਅੱਜ ਵੀ ਸ਼ਾਮ ਨੂੰ ਬਹੁਤ ਵੱਡਾ ਇਕੱਠ ਜਿਹੜਾ ਆ ਉਹ ਕਿਸਾਨ ਸੰਘਰਸ਼ ਪ੍ਰਤੀ ਹੋਣ ਦੀ ਸੰਭਾਵਨਾ ਆ। ਕੱਲ੍ਹ ਟਰੈਕਟਰ ਪਰੇਡ ਕਰਕੇ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਸੀਗਾ ਅਤੇ ਅੱਜ 26 ਜਨਵਰੀ ਕਰਕੇ ਪ੍ਰੋਟੈਸਟ ਕਰਨ ਦੇ ਵਾਸਤੇ ਜਿਹੜਾ ਆ ਉਹ ਇਕੱਠ ਵੱਡਾ ਹੋ ਸਕਦਾ ਹੈ ਜੀ। ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਦਿੱਲੀ ਨੂੰ। ਦਿੱਲੀ ਤੋਂ ਟਰੈਕਟਰ ਮਾਰਚ ਜਿਹੜਾ ਨਿਕਲਿਆ ਉਹਦੀਆਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਬਾਹਰ ਆ ਰਹੀਆਂ ਆ। ਬਹੁਤੀਆਂ ਗੱਲਾਂ ਨੈਗੇਟਿਵ ਆ ਰਹੀਆਂ ਆ ਕਿਉਂਕਿ ਜਿਹੜਾ ਉੱਥੇ ਦਾ ਮੀਡੀਆ ਹੈਗਾ ਆ, ਗੋਦੀ ਮੀਡੀਆ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿੱਦਾਂ ਦਾ ਕਿਸਾਨ ਸੰਘਰਸ਼ ਚੱਲਿਆ ਆ ਇਹਨੂੰ ਵੱਧ ਤੋਂ ਵੱਧ ਨੈਗੇਟਿਵਿਟੀ ਦੇ ਰੂਪ ਵਿੱਚ ਪੇਸ਼ ਕੀਤਾ ਜਾਵੇ। ਪਹਿਲੇ ਦਿਨ ਤੋਂ ਇਹਦੇ ਉਲਟ ਜਿਹੜੀਆਂ ਗੱਲਾਂ ਬਾਤਾਂ ਚਲਾਈਆਂ ਜਾ ਰਹੀਆਂ, ਚਾਹੇ ਉਹ ਕਿਸਾਨਾਂ ਦੇ ਖਾਣ ਪੀਣ ਬਾਰੇ ਸੀ, ਚਾਹੇ ਉਹਨਾਂ ਦੇ ਰਹਿਣ ਸਹਿਣ ਬਾਰੇ ਸੀਗੇ, ਚਾਹੇ ਉਹਨਾਂ ਦੀਆਂ ਟਰੈਕਟਰ ਗੱਡੀਆਂ ਦੇ ਬਾਰੇ ਸੀਗੀਆਂ, ਜਾਂ ਉਹਨਾਂ ਦੇ ਜਿਹੜੇ ਧਰਮ ਨੂੰ ਲੈ ਕੇ, ਉਹਨਾਂ ਦੀਆਂ ਸੋਚਾਂ ਨੂੰ ਲੈ ਕੇ ਨਿਸ਼ਾਨਾ ਬਣਾਇਆ ਗਿਆ। ਉਹਨਾਂ ਨੂੰ ਅੱਤਵਾਦੀ ਤੱਕ ਜਿਹੜਾ ਆਖਿਆ ਗਿਆ, ਪਾਕਿਸਤਾਨੀ, ਚੀਨ ਸਪੋਂਸਰਡ ਕਿਹਾ ਗਿਆ। ਅਤੇ ਜੇ ਆਪਾਂ ਹੁਣ ਆਸ ਕਰ ਸਕਦੇ ਹਾਂ ਕਿ ਵੀ ਉਹ ਹੁਣ ਸੁਧਰ ਗਏ ਹੋਣਗੇ ਤਾਂ ਅਜਿਹੀ ਆਸ ਲਾਉਣੀ ਵੀ ਆਪਣੇ ਆਪ ਦੇ ਵਿੱਚ ਇੱਕ ਮੂਰਖਤਾ ਵਾਲੀ ਗੱਲ ਆ। ਸੋ ਆਸਾਂ ਦੇ ਉੱਤੇ ਚੱਲ ਰਹੀ ਗੋਦੀ ਮੀਡੀਆ ਨੇ, ਭਾਰਤੀ ਨੇ, ਜਿਹੜੀ ਟਰੈਕਟਰ ਮਾਰਚ ਦੀ ਪੋਜ਼ੀਟਿਵ ਕਵਰੇਜ ਸੀ ਉਹਨੂੰ ਛੱਡ ਕੇ ਨੈਗੇਟਿਵ ਕਵਰੇਜ ਨੂੰ ਜਿਹੜਾ ਪੂਰੀ ਤਰ੍ਹਾਂ ਉਭਾਰਿਆ। ਹਾਲਾਂਕਿ ਤਕਰੀਬਨ 10 ਲੱਖ ਦੇ ਕਰੀਬ ਲੋਕ ਜਿਹੜੇ ਆ ਉਹ ਦਿੱਲੀ ਦੀਆਂ ਅੱਡ ਅੱਡ ਸੜਕਾਂ ਦੇ ਵਿੱਚ ਗੁਜ਼ਰੇ ਆ। ਬਹੁਤ ਵੱਡੇ ਲੋਕਾਂ ਦੇ ਇਕੱਠਾਂ ਨੇ ਪਾਸਿਆਂ 'ਤੇ ਖੜ੍ਹ ਕੇ ਉਹਨਾਂ ਦਾ ਸਵਾਗਤ ਕੀਤਾ ਆ। ਬਹੁਤ ਸਾਈਂ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ। ਅੱਡ ਅੱਡ ਪੱਤਰਕਾਰਾਂ ਨੇ ਜਦੋਂ ਗੱਲਬਾਤ ਕੀਤੀ ਉੱਥੇ ਮਾਰਚ ਦੇ ਵਿੱਚ, ਤਾਂ ਉੱਥੇ ਲੋਕਾਂ ਨੇ ਇਹੀ ਆਖਿਆ ਕਿ ਅਸੀਂ ਰਿਪਬਲਿਕ ਡੇ ਪਰੇਡ ਤਾਂ ਕਦੀ ਨਹੀਂ ਦੇਖਣ ਗਏ, ਪਰ ਜਿਹੜਾ ਕਿਸਾਨਾਂ ਦਾ ਮਾਰਚ ਆ ਇਹ ਦੇਖ ਕੇ ਸਾਨੂੰ ਅੱਜ ਬਹੁਤ ਤਸੱਲੀ ਜਿਹੜੀ ਆ ਮਿਲ ਰਹੀ ਆ। ਸੋ ਇੰਨੇ ਵੱਡੇ ਲੋਕ ਉੱਥੇ ਗਿਣਤੀ ਵਿੱਚ ਇਕੱਠੇ ਹੋਏ, ਸਾਰੇ ਸੁੱਖ ਸਬੀਲੀ ਜਿਹੜੇ ਆ ਵਾਪਸ ਮੁੜੇ। ਇੱਕਾ ਦੁੱਕਾ ਘਟਨਾਵਾਂ ਨੂੰ ਛੱਡ ਕੇ ਉਹਦੀ ਕਿਤੇ ਵੀ ਕਵਰੇਜ ਜਿਹੜੀ ਆ ਉਹ ਮੀਡੀਆ ਦੇ ਵੱਲੋਂ ਨਹੀਂ ਕੀਤੀ ਗਈ। ਪਰ ਇਹਦੀ ਜਿਹੜੀ ਨੈਗੇਟਿਵਿਟੀ ਆ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਉਭਾਰੀ ਜਾ ਰਹੀ ਆ। ਖਾਸ ਕਰਕੇ ਲਾਲ ਕਿਲ੍ਹੇ ਦੇ ਉੱਤੇ ਜਿਹੜਾ ਝੰਡੇ ਲਹਿਰਾਏ ਗਏ ਆ ਉਹਨਾਂ ਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਉਭਾਰਿਆ ਜਾ ਰਿਹਾ। ਜਿਹੜੀ ਲਾਲ ਕਿਲ੍ਹੇ ਦੇ ਉੱਤੇ ਗੱਲਬਾਤ ਹੋਈ ਆ ਉਹਦੇ ਵਿੱਚ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਅਸੀਂ ਜਿਹੜਾ ਦਿੱਲੀ ਪੁਲਿਸ ਵੱਲੋਂ ਦਿੱਤਾ ਹੋਇਆ ਰੂਟ ਆ ਉਹਦੇ ਉੱਤੇ ਚੱਲਣਾ ਆ, ਪਰ ਕੁਝ ਜਥੇਬੰਦੀਆਂ, ਕੁਝ ਇੰਡੀਵਿਜੂਅਲਸ ਨੇ ਇਹ ਫੈਸਲਾ ਕੀਤਾ ਸੀਗਾ ਕਿ ਅਸੀਂ ਰਿੰਗ ਰੋਡ ਦੇ ਉੱਤੇ ਹੀ ਜਾਣਾ ਆ। ਮਾਝੇ ਤੋਂ ਆਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਦਾਰ ਸਰਵਣ ਸਿੰਘ ਪੰਧੇਰ, ਸਤਨਾਮ ਸਿੰਘ ਪੰਨੂ ਅਤੇ ਸਾਥੀਆਂ ਨੇ ਪਹਿਲਾਂ ਹੀ ਕਿਹਾ ਹੋਇਆ ਸੀਗਾ ਕਿ ਅਸੀਂ ਜਿਹੜਾ 30,000 ਦਾ ਇਕੱਠ ਲੈ ਕੇ ਇੱਥੇ ਆਏ ਹਾਂ ਅਤੇ ਸਾਡੀ ਜਿਹੜੀ ਪੂਰੀ ਕੋਸ਼ਿਸ਼ ਇਹੀ ਆ ਕਿ ਅਸੀਂ ਜਿਹੜਾ ਆ ਉਹ ਰਿੰਗ ਰੋਡ ਦੇ ਉੱਤੇ ਜਾਣਾ ਆ। ਉਹ ਪਹਿਲੇ ਦਿਨ ਤੋਂ ਇਸ ਗੱਲ ਦੇ ਵਾਸਤੇ ਜ਼ਿੱਦ ਸੀਗੀ ਅਤੇ ਉਹਨਾਂ ਨੇ ਆਪਣੀ ਜ਼ਿੱਦ ਜਿਹੜੀ ਆ ਪੁਗਾਈ, ਬੈਰੀਕੇਡ ਤੋੜ ਕੇ ਉਹ ਰਿੰਗ ਰੋਡ ਦੇ ਵੱਲ ਨੂੰ ਗਏ ਆ। ਹੁਣ ਜਦੋਂ ਰਿੰਗ ਰੋਡ 'ਤੇ ਗਏ ਆ ਤਾਂ ਇਸ ਦੇ ਨਾਲ ਹੀ ਇੱਕ 10,000 ਕਰੀਬ ਦੇ ਲੋਕਾਂ ਦਾ ਇਕੱਠ ਜਿਹੜਾ ਜਿਹਦੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਤੋਂ ਇਲਾਵਾ ਯੂਪੀ ਦੇ ਕਿਸਾਨ ਵੀ ਸ਼ਾਮਲ ਸੀਗੇ ਅਤੇ ਨਾਲ ਦੀ ਨਾਲ ਔਰਤਾਂ ਵੀ ਸ਼ਾਮਲ ਸੀਗੀਆਂ। ਇਹ 10,000 ਦਾ ਇਕੱਠ ਲਾਲ ਕਿਲ੍ਹੇ ਅੱਗੇ ਪਹੁੰਚਣ ਵਿੱਚ ਸਫਲ ਹੋ ਗਿਆ। ਲਾਲ ਕਿਲ੍ਹੇ ਅੱਗੇ ਪਹੁੰਚਣ ਤੋਂ ਬਾਅਦ ਇਹਨਾਂ ਨੇ ਉੱਥੇ ਅੱਡ ਅੱਡ ਜਿਹੜੇ ਆ ਝੰਡੇ ਲਹਿਰਾਏ ਆ, ਤਿਰੰਗੇ ਝੰਡੇ ਵੀ ਲਹਿਰਾਏ ਗਏ ਆ ਉੱਥੇ, ਕੇਸਰੀ, ਲਾਲ, ਹਰੇ, ਨੀਲੇ ਝੰਡੇ ਵੀ ਲਹਿਰਾਏ ਗਏ ਆ। ਪਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਵਿੱਚੋਂ ਹੀ ਕੁਝ ਜਿਹੜੇ ਆ ਦਰਜਨ ਲੋਕ ਜਿਹੜੇ ਆ ਉਹਨਾਂ ਨੇ ਲਾਲ ਕਿਲ੍ਹੇ ਦੇ ਉੱਤੇ ਨਾਲ ਇੱਕ ਖਾਲੀ ਪੋਲ ਦੇ ਉੱਤੇ ਕੇਸਰੀ ਝੰਡਾ ਜਿਹੜਾ ਆ ਉਹ ਚੜ੍ਹਾਇਆ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਇੱਕ ਕਿਸਾਨੀ ਝੰਡਾ ਜਿਹੜਾ ਉਹ ਵੀ ਉੱਥੇ ਚੜ੍ਹਾਇਆ। ਹਾਲਾਂਕਿ ਜਿਹੜਾ ਭਾਰਤੀ ਮੀਡੀਆ ਆ ਉਹ ਇਸ ਨੂੰ ਖਾਲਿਸਤਾਨੀ ਝੰਡਾ ਕਹਿ ਕੇ ਪ੍ਰਚਾਰ ਰਿਹਾ ਆ, ਪਰ ਬਹੁਤਿਆਂ ਲੋਕਾਂ ਨੂੰ ਪਤਾ ਇਸ ਗੱਲ ਦਾ ਕਿ ਇੱਕ ਜਿਹੜਾ ਗੁਰਦੁਆਰਾ ਸਾਹਿਬਾਨ ਦੇ ਵਿੱਚ ਖੰਡੇ ਵਾਲਾ ਕੇਸਰੀ ਨਿਸ਼ਾਨ ਹੁੰਦਾ ਉਹ ਝੰਡਾ ਸੀਗਾ ਜਿਹੜਾ ਕਿ ਟਰੈਕਟਰ ਮਾਰਚ ਦੀ ਅਗਵਾਈ ਦੇ ਵਿੱਚ ਅੱਡ ਅੱਡ ਟਰੈਕਟਰਾਂ ਦੇ ਉੱਤੇ, ਅੱਡ ਅੱਡ ਗੱਡੀਆਂ ਦੇ ਉੱਤੇ ਵੀ ਲੱਗਾ ਹੋਇਆ ਸੀ। ਇਸ ਦੇ ਨਾਲ ਹੀ ਇੱਕ ਕਿਸਾਨੀ ਦਾ ਜਿਹੜਾ ਕਿਸਾਨ ਯੂਨੀਅਨ ਦਾ ਝੰਡਾ ਆ ਉਹ ਵੀ ਲਹਿਰਾਇਆ ਗਿਆ। ਪਰ ਇਸ ਮਸਲੇ ਨੂੰ ਲੈ ਕੇ ਬਹੁਤ ਵੱਡੀ ਪੱਧਰ ਦੇ ਉੱਤੇ ਵਿਵਾਦ ਜਿਹੜਾ ਬਣਾਇਆ ਗਿਆ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚਲਾਈਆਂ ਗਈਆਂ। ਵਟਸਐਪ ਦੇ ਉੱਤੇ, ਟਵਿੱਟਰ ਦੇ ਉੱਤੇ ਅਫਵਾਹਾਂ ਦਾ ਜ਼ੋਰ ਚਲਾਇਆ ਗਿਆ ਕਿ ਜਿਹੜੇ ਕਿਸਾਨ ਨੇ ਉਹਨਾਂ ਨੇ ਲਾਲ ਕਿਲ੍ਹੇ ਦੇ ਉੱਤੇ ਕਬਜ਼ਾ ਕਰ ਲਿਆ ਆ, ਕਿਸਾਨਾਂ ਨੇ ਉੱਥੇ
ਜਿਹੜਾ ਤਿਰੰਗਾ ਝੰਡਾ ਲਹਿਰਾ ਰਿਹਾ ਸੀਗਾ ਉਹ ਲਾਹ ਕੇ ਆਪਣਾ ਖਾਲਸਾ ਦਾ ਝੰਡਾ ਜਿਹੜਾ ਲਹਿਰਾ ਦਿੱਤਾ, ਜਦੋਂ ਕਿ ਅਸਲੀਅਤ ਦੇ ਵਿੱਚ ਜਿਹੜਾ ਤਿਰੰਗਾ ਝੰਡਾ ਉਹ ਵੱਡੇ ਪੋਲ ਦੇ ਉੱਤੇ ਪਿੱਛੇ ਝੂਲ ਰਿਹਾ ਸੀਗਾ, ਅਤੇ ਜੇ ਇੱਕ ਮੂਹਰੇ ਖਾਲੀ ਪੋਲ ਦੇ ਉੱਤੇ ਜਿਹੜਾ ਕਿਸਾਨੀ ਦਾ ਝੰਡਾ ਅਤੇ ਕੇਸਰੀ ਝੰਡਾ ਜਿਹੜਾ ਉਹ ਲਹਿਰਾਏ ਗਏ ਆ। ਇੱਥੇ ਪੁਲਿਸ ਅਤੇ ਜਿਹੜੇ ਕਿਸਾਨ ਸੀ ਉਹਨਾਂ ਦੇ ਵਿਚਾਲੇ ਝੜਪਾਂ ਵੀ ਹੋਈਆਂ। ਕਿਸਾਨਾਂ ਨੇ ਵੀ ਪੁਲਿਸ ਵਾਲਿਆਂ ਨੂੰ ਕੁੱਟਿਆ, ਪੁਲਿਸ ਵਾਲਿਆਂ ਨੇ ਵੀ ਕਿਸਾਨਾਂ ਨੂੰ ਕੁੱਟਿਆ। ਇੱਥੇ ITO ਦੇ ਵਿੱਚ ਇੱਕ ਡਿਬੜਵਾ ਪਿੰਡ ਦੇ ਨੌਜਵਾਨ ਦੀ ਮੌਤ ਵੀ ਹੋਈ ਆ, ਜਿਹਦੇ ਬਾਰੇ ਹਾਲੇ ਤੱਕ ਪੂਰਾ ਸਪਸ਼ਟ ਨਹੀਂ ਹੋ ਸਕਿਆ ਕਿ ਉਸ ਦੀ ਮੌਤ ਜਿਹੜੀ ਆ ਗੋਲੀ ਲੱਗਣ ਕਰਕੇ ਹੋਈ ਆ ਜਾਂ ਟਰੈਕਟਰ ਪਲਟਣ ਕਰਕੇ ਹੋਈ ਆ। ਬਹੁਤ ਸਾਰੇ ਸੂਤਰ ਜਿਹੜੇ ਆ ਉਹ ਅੱਡ ਜਿਹੜਾ ਆ ਜਾਣਕਾਰੀ ਜਿਹੜੇ ਆ ਦੇ ਰਹੇ ਆ। ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਉਹਨਾਂ ਇਲਾਕਿਆਂ ਵਿੱਚ ਜਿੱਥੇ ਕਿ ਕਿਸਾਨ ਰਹਿ ਰਹੇ ਆ ਉਹਨਾਂ ਦੇ ਵਿੱਚ ਇੰਟਰਨੈਟ ਸੇਵਾ ਜਿਹੜੀ ਆ ਬੰਦ ਕਰ ਦਿੱਤੀ, ਜਿਨ੍ਹਾਂ ਵਿੱਚ ਸਿੰਘੂ, ਟਿਕਰੀ, ਕੁੰਡਲੀ, ਮਕਰਬਾ, ਨੰਗਲੋਈ ਖੇਤਰ ਜਿਹੜੇ ਪ੍ਰਮੁੱਖ ਸੀਗੇ। ਤਕਰੀਬਨ 7-8 ਘੰਟੇ ਜਿਹੜਾ ਇੰਟਰਨੈਟ ਆ ਬੰਦ ਰਿਹਾ, ਪਰ ਤਾਜ਼ਾ ਜਾਣਕਾਰੀ ਦੇ ਮੁਤਾਬਕ ਇੰਟਰਨੈਟ ਸਰਵਿਸ ਦੁਬਾਰਾ ਜਿਹੜੀ ਆ ਬਹਾਲ ਹੋ ਚੁੱਕੀ ਆ ਅਤੇ ਉੱਥੋਂ ਲੋਕ ਜਿਹੜੇ ਆ ਹੁਣ ਫਿਰ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਰਹੇ ਆ। ਇਸ ਸਾਰੇ ਦਾਰੋ ਮਦਾਰ ਦੇ ਵਿੱਚ ਬਹੁਤ ਸਾਰੇ ਲੋਕ ਕੱਲ੍ਹ ਦੇ ਨਿਰਾਸ਼ਾ ਵਿੱਚ ਨੇ। ਪਹਿਲੀ ਗੱਲ ਤਾਂ ਜਿਹੜੇ ਨਾਰਥ ਅਮਰੀਕਾ ਦੇ ਵਿੱਚ ਵਸਦੇ ਲੋਕ ਨੇ ਉਹ ਸਾਰੀ ਰਾਤ ਸੁੱਤੇ ਨਹੀਂ, ਕਿਉਂਕਿ ਉਹਨਾਂ ਦਾ ਧਿਆਨ ਜਿਹੜਾ ਸੀਗਾ ਉਹ ਉੱਥੇ ਦਿੱਲੀ ਸੀਗਾ ਕਿ ਟਰੈਕਟਰ ਮਾਰਚ ਕਿਵੇਂ ਸਫਲਤਾ ਸਹਿਤ ਜਿਹੜਾ ਸੰਪੰਨ ਹੁੰਦਾ ਆ, ਕੀ ਗੱਲਬਾਤ ਹੁੰਦੀ ਆ। ਪਰ ਤਕਰੀਬਨ 3.5 ਘੰਟੇ ਟਰੈਕਟਰ ਮਾਰਚ ਚੱਲ ਕੇ ਜਦੋਂ ਵੀਡੀਓਜ਼ ਲਾਈਵ ਦੇ ਉੱਤੇ ਅਤੇ ਖਬਰਾਂ ਆਉਣ ਲੱਗ ਪਈਆਂ ਕਿ ਕਿਸਾਨਾਂ ਦਾ ਇੱਕ ਵੱਡਾ ਗਰੁੱਪ, ਜਿਵੇਂ ਕਿ ਮੈਂ ਪਹਿਲਾਂ ਦੱਸ ਕੇ ਹਟਿਆ, 10,000 ਦੇ ਕਰੀਬ ਕਿਸਾਨ ਲਾਲ ਕਿਲ੍ਹੇ ਉੱਤੇ ਚਲੇ ਗਏ ਆ, ਤਾਂ ਇੱਕ ਵਾਰ ਫਿਰ ਜਿਹੜੀ ਆ ਨੀਂਦ ਆ ਰਹੀ ਸੀਗੀ ਉਹ ਉੱਡ ਗਈ ਅਤੇ ਸਾਰੀਆਂ ਨਜ਼ਰਾਂ ਜਿਹੜੀਆਂ ਉੱਧਰ ਲੱਗੀਆਂ ਹੋਈਆਂ ਸੀਗੀਆਂ ਕਿ ਹੁਣ ਲਾਲ ਕਿਲ੍ਹੇ ਦੇ ਉੱਤੇ ਕੀ ਹੋਊਗਾ। ਪਹਿਲੀ ਗੱਲ ਤਾਂ ਉੱਥੇ ਪਹੁੰਚਣਾ ਹੀ ਬਹੁਤ ਜਿਹੜਾ ਔਖਾ ਸੀਗਾ। ਸਾਰਿਆਂ ਨੂੰ ਲੱਗਦਾ ਸੀਗਾ ਕਿ ਰਿੰਗ ਰੋਡ 'ਤੇ ਜਾਣਾ ਇੰਨਾ ਔਖਾ ਆ, ਉਹ ਬੈਰੀਕੇਡ ਤੋੜ ਕੇ ਪਹੁੰਚ ਗਏ। ਲਾਲ ਕਿਲ੍ਹੇ ਤੱਕ ਤਾਂ ਜਾਇਆ ਹੀ ਨਹੀਂ ਜਾ ਸਕਦਾ, ਪਰ ਉੱਥੇ ਜੋ ਹਾਲਾਤ ਦੇਖਣ ਨੂੰ ਮਿਲੇ, ਜਦੋਂ ਤਸਵੀਰਾਂ ਆਈਆਂ ਤਾਂ ਯਕੀਨ ਨਹੀਂ ਸੀ ਹੋ ਰਿਹਾ ਕਿ ਲਾਲ ਕਿਲ੍ਹੇ ਦੇ ਮੂਹਰੇ ਜਿਹੜੇ ਆ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਖੜ੍ਹੇ ਆ। ਇੱਕ ਵਾਰੀ ਦੇਖਣ ਨੂੰ ਇਉਂ ਲੱਗ ਰਿਹਾ ਸੀ ਕਿ ਸ਼ਾਇਦ ਕਿਸੇ ਨੇ ਸ਼ਰਾਰਤ ਕੀਤੀ ਆ, ਐਡਿਟ ਕੀਤੀ ਆ। ਉਸ ਤੋਂ ਬਾਅਦ ਥੋੜ੍ਹੇ ਦੇਰ ਬਾਅਦ ਇਹ ਵੀਡੀਓਜ਼ ਵੀ ਜਿਹੜੀਆਂ ਆ ਗਈਆਂ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਕੁਝ ਨੌਜਵਾਨ ਜਿਹੜੇ ਉਹ ਕੋਸ਼ਿਸ਼ ਕਰਦੇ ਦਿਖਾਈ ਦਿੱਤੇ ਕਿ ਜਿਹੜਾ ਖਾਲੀ ਪੋਲ ਆ ਉਹਦੇ ਉੱਤੇ ਇਹ ਕੇਸਰੀ ਝੰਡਾ ਅਤੇ ਕਿਸਾਨੀ ਝੰਡਾ ਜਿਹੜਾ ਆ ਉਹ ਲਹਿਰਾਏ ਜਾਣ। ਹੁਣ ਇਸ ਨੂੰ ਲੈ ਕੇ ਜੋ ਕੁਛ ਵੀ ਉੱਥੇ ਹੋਇਆ ਇਹਦੇ ਬਾਰੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਆ। ਕਿਸਾਨ ਆਗੂ ਜਿਹੜੇ ਨੇ, ਕਿਸਾਨ ਜਥੇਬੰਦੀਆਂ ਇਹ ਕਹਿ ਰਹੀਆਂ ਆ ਕਿ ਸਾਡਾ ਇਹਨਾਂ ਦੇ ਨਾਲ ਕੋਈ ਸਬੰਧ ਨਹੀਂ ਸੀ, ਇਹਨਾਂ ਨੌਜਵਾਨਾਂ ਦੇ ਨਾਲ। ਸੰਯੁਕਤ ਕਿਸਾਨ ਮੋਰਚੇ ਵਾਲੇ ਇਹਨੂੰ ਸ਼ਰਾਰਤੀ ਆਨਸਰ ਦੱਸ ਰਹੇ ਆ, ਪਰ ਜਦੋਂ ਕਿ ਇਹ 10,000 ਲੋਕਾਂ ਦਾ ਇਕੱਠ ਜਿਹੜਾ ਆ ਉਹ ਕਿਸਾਨ ਮੋਰਚਿਆਂ ਦੇ ਵਿੱਚੋਂ ਹੀ ਅੱਡ ਹੋ ਕੇ ਆਇਆ ਸੀਗਾ। ਇਹ ਇੰਨੀ ਵੱਡੀ ਗਿਣਤੀ ਵਿੱਚ ਸ਼ਰਾਰਤੀ ਆਨਸਰ ਜਿਹੜੇ ਆ ਕੋਈ ਉੱਪਰੋਂ ਨਹੀਂ ਡਿੱਗ ਸਕੇ। ਦੂਜੀ ਗੱਲ ਇਹ ਗੱਲ ਜ਼ਰੂਰ ਹੈਗੀ ਆ ਕਿ ਜਿਸ ਤਰੀਕੇ ਇਹ ਲਾਲ ਕਿਲ੍ਹੇ ਤੱਕ ਪਹੁੰਚੇ ਆ, ਇਹ ਇੱਕ ਵੱਡੀ ਸ਼ੱਕ ਵਾਲੀ ਗੱਲ ਆ ਕਿ ਕਿਵੇਂ ਉਹਨਾਂ ਨੂੰ ਸੇਫ ਪੈਸੇਜ ਦਿੱਤਾ ਗਿਆ, ਲਾਂਘਾ ਦਿੱਤਾ ਗਿਆ ਕਿ ਰਿਪਬਲਿਕ ਡੇ ਹੋਵੇ, ਪੂਰੇ ਦਿੱਲੀ ਦੇ ਵਿੱਚ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਹੋਣ ਅਤੇ 10,000 ਕਿਸਾਨਾਂ ਦਾ ਟੋਲਾ ਬਿਨਾਂ ਕਿਸੇ ਰੋਕ ਟੋਕ ਤੋਂ ਲਾਲ ਕਿਲ੍ਹੇ 'ਤੇ ਪਹੁੰਚ ਜਾਵੇ। ਇਸ ਤੋਂ ਸਿੱਧਾ ਸਪਸ਼ਟ ਸੀਗਾ ਕਿ ਸਰਕਾਰ ਵੀ ਇਹੀ ਚਾਹੁੰਦੀ ਸੀ ਕਿ ਇਹ ਨੌਜਵਾਨ ਜਿਹੜੇ ਇੱਥੇ ਆਉਣ ਅਤੇ ਕੁਝ ਨਾ ਕੁਝ ਹਿੰਸਕ ਕਰਨ, ਜਿਹਨੂੰ ਫਿਰ ਅਸੀਂ ਵਰਤ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰੀਏ। ਇਹ ਸਾਰੇ ਕਾਸੇ ਦੇ ਚੱਲਦਿਆਂ ਬਹੁਤ ਇੱਕ ਦੂਜੇ ਉੱਤੇ ਬਲੇਮ ਗੇਮ ਜਿਹੜੀ ਆ ਉਹ ਖੇਡੀ ਜਾ ਰਹੀ ਆ। ਇਸ ਬਲੇਮ ਗੇਮ ਦੇ ਚੱਲਦਿਆਂ ਜਿਹੜਾ ਮੁੱਖ ਨਿਸ਼ਾਨਾ ਬਣਿਆ ਹੋਇਆ ਉਹ ਦੀਪ ਸਿੱਧੂ ਨੂੰ ਬਣਾਇਆ ਜਾ ਰਿਹਾ, ਅਤੇ ਇਸ ਦੇ ਬਾਰੇ ਖੁੱਲ੍ਹ ਦਿਲ ਦੇ ਨਾਲ ਵਿਸ਼ਲੇਸ਼ਣ ਕਰਨ ਦੀ ਜਿਹੜੀ ਆ ਲੋੜ ਆ। ਇਹ ਸਮਝਣ ਦੀ ਲੋੜ ਆ ਕਿ ਤਾੜੀ ਕਦੇ ਵੀ ਇੱਕ ਹੱਥ ਨਹੀਂ ਵੱਜਦੀ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੱਡ ਵਿਚਾਰਧਾਰਾਵਾਂ ਨਾਲ ਸੰਬੰਧਿਤ ਆ, ਉਹ ਅੱਡ ਗੱਲਾਂ ਸੋਚਦੇ ਆ। ਜੇ ਗੱਲ ਕਰੀਏ ਸਿੱਖਾਂ ਦੀ, ਤਾਂ ਜਿਹੜੇ ਸਿੱਖ ਆ ਉਹਨਾਂ ਦਾ ਦਿੱਲੀ ਦੇ ਨਾਲ ਕੀ ਰਿਸ਼ਤਾ ਆ, ਇਹ ਕੋਈ ਬਹੁਤਾ ਦੱਸਣ ਦੀ ਗੱਲ ਨਹੀਂ। ਉਹਨਾਂ ਦੇ ਮਨ ਦੇ ਵਿੱਚ ਉਹੋ ਜਿਹੀਆਂ ਗੱਲਾਂ ਨੇ। ਖਾੜਕੂਵਾਦ ਦੇ ਦੌਰਾਨ ਜੇ ਕਿਸੇ ਦਾ ਕੋਈ ਪਿਓ ਜਾਂ ਭਰਾ ਮਰਿਆ, ਉਹਦੀ ਥਿੰਕਿੰਗ ਕਿਹੋ ਜਿਹੀ ਹੋਊਗੀ, ਉਸ ਨੂੰ ਇੱਕ ਪੁਲਿਸ ਵਾਲੇ ਦਾ ਜਿਹੜਾ ਪਰਿਵਾਰ ਆ ਉਹ ਸ਼ਾਇਦ ਨਹੀਂ ਸਮਝ ਸਕਦਾ। ਸੋ ਹਰੇਕ ਨੇ ਆਪੋ ਆਪਣੀ ਥਿੰਕਿੰਗ ਦੇ ਨਾਲ ਇੱਕ ਆਪੋ ਆਪਣੇ ਘੁਰਨੇ ਬਣਾਏ ਹੋਏ ਆ, ਅਤੇ ਉਸ ਥਿੰਕਿੰਗ ਬਾਕਸਿਸ ਦੇ ਵਿੱਚੋਂ ਬਹਿ ਕੇ ਉਹ ਸੋਚ ਰਹੇ ਆ, ਅਤੇ ਇਹ ਨਹੀਂ ਦੇਖ ਰਹੇ ਕਿ ਜਿਹੜਾ ਇਹ ਹਰੇਕ ਬੰਦੇ ਦੀ ਸੋਚਣ ਦੀ ਜਿਹੜੀ ਗੱਲ ਆ ਉਹ ਕਿਤੇ ਨਾ ਕਿਤੇ ਅੱਡ ਆ। ਮੈਂ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਵੀ ਅਤੇ ਹੋਰ ਥਾਂ ਵੀ ਇਹ ਗੱਲ ਕਹਿ ਚੁੱਕਾ ਹਾਂ ਕਿ ਦੀਪ ਸਿੱਧੂ ਇੱਕ ਨਵਾਂ ਚਿਹਰਾ ਆ। ਦੀਪ ਸਿੱਧੂ ਚੋਰ ਆ ਜਾਂ ਦੀਪ ਸਿੱਧੂ ਸਾਧ ਆ, ਇਸ ਦੇ ਬਾਰੇ ਅੰਦਾਜ਼ਾ ਲਾਉਣਾ ਵੀ ਹਾਲ ਦੀ ਘੜੀ ਮੁਸ਼ਕਿਲ ਆ, ਕਿਉਂਕਿ ਉਸ ਦੀ ਹਾਲੇ ਤੱਕ ਕੋਈ ਵੀ ਸਿਆਸੀ ਹਿਸਟਰੀ ਜਿਹੜੀ ਆ ਨਹੀਂ ਹੈਗੀ। ਬਿਨਾਂ ਕਿਸੇ ਗੱਲ ਦੇ ਉੱਤੇ ਅੰਧ ਵਿਸ਼ਵਾਸ ਕਰਨਾ ਜਾਂ ਬਿਨਾਂ ਕਿਸੇ ਗੱਲ ਤੋਂ ਉਹਦੇ ਉੱਤੇ ਅੰਨਾ ਸ਼ੱਕ ਕਰਨਾ ਜਿਹੜਾ ਉਹ ਵਾਜਬ ਨਹੀਂ ਸੀ ਅਤੇ ਨਾ ਹੈ। ਅਤੇ ਦੂਜੀ ਗੱਲ ਜਿਹੜੀ ਹੈ ਕਿ ਅਸੀਂ ਇਹ ਸੋਚ ਰਹੇ ਹਾਂ ਕਿ ਕੋਈ ਇੱਕ ਬੰਦਾ ਜਿਹੜਾ ਅੰਦੋਲਨ ਚਲਾ ਸਕਦਾ ਹੈ ਜਾਂ ਇੱਕ ਬੰਦਾ ਅੰਦੋਲਨ ਖਰਾਬ ਕਰ ਸਕਦਾ ਆ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਆ। ਹਜੇ ਤੱਕ ਜਿਹੜਾ ਦੇਖਣ ਵਿੱਚ ਗੱਲ ਆ ਰਹੀ ਆ ਕਿ
ਇਹ ਅੰਦੋਲਨ ਜਿਹੜਾ ਆ ਇਸ ਨੂੰ ਕੋਈ ਬਹੁਤ ਵੱਡੀ ਤਾਕਤ ਜਿਹੜੀ ਲੋਕਾਂ ਦੀ ਆ ਉਹ ਚਲਾ ਰਹੀ ਆ। ਕਿਸੇ ਇੱਕ ਜਾਂ ਦੋ ਬੰਦਿਆਂ ਦੇ ਨਾ ਤਾਂ ਇਹ ਚਲਾਉਣ ਜੋਗਾ ਆ, ਨਾ ਹੀ ਇੱਕ ਜਾਂ ਦੋ ਬੰਦੇ ਇਸ ਨੂੰ ਖਰਾਬ ਕਰ ਸਕਦੇ ਆ। ਅਕਸਰ ਜਿਹੜੇ ਪੱਤਰਕਾਰ ਨੇ ਉਹ ਪਾਪੂਲਰ ਗੱਲਾਂ ਕਰਦੇ ਆ, ਜੋ ਮਾਰਕੀਟ ਵਿੱਚ ਚੱਲ ਰਿਹਾ ਉਹੀ ਗਾਂ ਉਸ ਨੂੰ ਸ਼ਬਦਾਂ ਦਾ ਬਦਲਾਅ ਕਰਕੇ ਚਲਾਉਂਦੇ ਆ। ਪਰ ਅਨਪਾਪੂਲਰ ਗੱਲਾਂ ਕਰਨੀਆਂ ਜਿਹੜੀਆਂ ਬਹੁਤ ਔਖੀਆਂ ਹੁੰਦੀਆਂ, ਜਿਹੜੀਆਂ ਹਰਮਨ ਪਿਆਰੀਆਂ ਨਹੀਂ ਹੁੰਦੀਆਂ। ਪਰ ਅਸੀਂ ਕੋਸ਼ਿਸ਼ ਕਰਾਂਗੇ ਅਨਪਾਪੂਲਰ ਗੱਲਾਂ ਕਰਾਂਗੇ, ਤਾਂ ਕਿ ਜੇ ਸਾਡਾ ਕੋਈ ਵਿਰੋਧ ਵੀ ਹੁੰਦਾ ਇਸ ਗੱਲ ਦੀ ਪਰਵਾਹ ਨਹੀਂ, ਪਰ ਜਿਹੜੀ ਗੱਲ ਹੋਣੀ ਚਾਹੀਦੀ ਹੈ ਉਹ ਹੋਣੀ ਚਾਹੀਦੀ ਹੈ। ਦੀਪ ਸਿੱਧੂ ਨੇ ਸਟੇਜ ਉੱਤੇ ਕਬਜ਼ਾ ਕੀਤਾ, ਉਸ ਦਾ ਜਿਹੜਾ ਆ ਇਸ ਗੱਲ ਕਰਕੇ ਵਿਰੋਧ ਹੋਇਆ। ਦੀਪ ਸਿੱਧੂ ਨੇ ਕੱਲ੍ਹ ਲਾਲ ਕਿਲ੍ਹੇ ਦੇ ਉੱਤੇ ਜੋ ਲਾਈਵ ਕੀਤਾ, ਫੋਟੋਆਂ ਪਾਈਆਂ, ਉਸ ਗੱਲ ਦਾ ਵਿਰੋਧ ਹੋ ਰਿਹਾ। ਪਰ ਸੋਚਣ ਵਾਲੀ ਗੱਲ ਇਹ ਹੈ ਕਿ 10,000 ਬੰਦਾ ਕੀ ਦੀਪ ਸਿੱਧੂ ਲੈ ਕੇ ਗਿਆ ਸੀ ਨਾਲ, ਜਾਂ ਕੀ ਆਪਾਂ ਨੂੰ ਲੱਗਦਾ ਕਿ ਦੀਪ ਸਿੱਧੂ ਦੇ ਮਗਰੋਂ 10,000 ਲੋਕ ਗਏ ਸੀਗੇ, ਜਾਂ ਉਹ ਦੀਪ ਸਿੱਧੂ ਦੇ ਆਉਣ ਤੋਂ ਪਹਿਲਾਂ ਹੀ ਉੱਥੇ ਪਹੁੰਚੇ ਸੀਗੇ? ਕੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਹੜੀ ਮਾਝੇ ਵਾਲੀ 30,000 ਲੋਕ ਜਿਹੜੇ ਦਿੱਲੀ ਪਹੁੰਚੇ ਸੀਗੇ, ਜਿਨ੍ਹਾਂ ਦੇ ਪਹੁੰਚਣ ਦੇ ਉੱਤੇ ਉਹਨਾਂ ਦੇ ਗਲਾਂ 'ਚ ਹਾਰ ਪਾਏ ਗਏ ਸੀਗੇ, ਕੀ ਉਹ ਦੀਪ ਸਿੱਧੂ ਦੇ ਨਾਲ ਬਗਲਗੀਰ ਹੈਗੇ? ਜਾਂ ਜੇ ਉਹਨਾਂ ਨੇ ਪ੍ਰੋਗਰਾਮ ਦਿੱਤਾ ਸੀ ਕਿ ਅਸੀਂ ਰਿੰਗ ਰੋਡ ਦੇ ਉੱਤੇ ਜਾਣਾ ਜਾਂ ਲਾਲ ਕਿਲ੍ਹੇ ਅੱਗੇ ਜਾ ਕੇ ਬਹਿਣਾ, ਕੀ ਉਹ ਦੀਪ ਸਿੱਧੂ ਦੇ ਇਸ਼ਾਰਿਆਂ 'ਤੇ ਖੇਡ ਰਹੇ ਸੀ? ਹਰੇਕ ਗੱਲ ਇੱਕੋ ਬੰਦੇ ਦੇ ਗੱਲ ਪਾ ਕੇ ਅਸੀਂ ਸੁਰਖਰੂ ਨਹੀਂ ਹੋ ਸਕਦੇ, ਜਦੋਂ ਕਿ ਕਦੇ ਵੀ ਤਾੜੀ ਜਿਹੜੀ ਹੈ ਹੱਥ ਦੇ ਨਾਲ ਨਹੀਂ ਵੱਜਦੀ। ਅਸੀਂ ਕਿੰਨਾ ਕੁ ਚਿਰ ਕਿਸਾਨ ਲੀਡਰਾਂ ਦੀਆਂ ਜਿਹੜੀਆਂ ਨਾਕਾਮੀਆਂ ਨੇ ਉਹਨਾਂ ਨੂੰ ਲੁਕਾਉਂਦੇ ਰਵਾਂਗੇ, ਆਪ ਜਿਹੜੀਆਂ ਨਾਕਾਮੀਆਂ ਕਿਸੇ ਹੋਰ ਦੇ ਸਿਰ ਪਾ ਕੇ ਭੱਜਦੇ ਰਵਾਂਗੇ? ਕਿਸਾਨ ਲੀਡਰਾਂ ਨੇ ਲੋਕਾਂ ਨੂੰ ਦਿੱਲੀ ਸੱਦਿਆ ਕਿ 26 ਜਨਵਰੀ ਨੂੰ ਤੁਸੀਂ ਸਾਰੇ ਦਿੱਲੀ ਆਵੋ। ਲੋਕਾਂ ਨੇ ਪੂਰੀਆਂ ਤਿਆਰੀਆਂ ਕਰਕੇ ਕਰੋੜਾਂ ਰੁਪਈਆ ਟਰੈਕਟਰਾਂ ਦੇ ਉੱਤੇ, ਡੀਜ਼ਲ ਦੇ ਉੱਤੇ, ਖਾਣ ਪੀਣ ਦੇ ਉੱਤੇ, ਕੱਪੜਿਆਂ ਦੇ ਉੱਤੇ ਖਰਚ ਕੇ ਉਹ ਉੱਥੇ ਜਿਹੜੇ ਆ ਪਹੁੰਚੇ ਆ। ਉਸ ਤੋਂ ਬਾਅਦ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਜੀ ਦਿੱਲੀ ਦੇ ਅੰਦਰ ਵੜਨਾ, ਫਿਰ ਕਹਿੰਦੇ ਵੀ ਦਿੱਲੀ ਦੇ ਅੰਦਰ ਨਹੀਂ ਵੜਨਾ, ਆਪਾਂ ਦਿੱਲੀ ਦੀ ਇਨਰ ਰਿੰਗ ਰੋਡ ਦੇ ਉੱਤੇ ਜਾਣਾ। ਫਿਰ ਕਹਿੰਦੇ ਜੀ ਇਨਰ ਰਿੰਗ ਰੋਡ 'ਤੇ ਨਹੀਂ ਜਾਣਾ, ਆਪਾਂ ਆਊਟਰ ਰਿੰਗ ਰੋਡ ਦੇ ਉੱਤੇ ਜਾਣਾ। ਆਊਟਰ ਰਿੰਗ ਰੋਡ ਤੋਂ ਬਾਅਦ ਕਹਿੰਦੇ ਨਹੀਂ, ਆਪਾਂ ਦਿੱਲੀ ਸਟੇਟ ਦੇ ਬਾਹਰ ਜਿਹੜੀ ਪੁਲਿਸ ਨਾਲ ਆਪਣੀ ਗੱਲਬਾਤ ਹੋਈ ਆ ਉਸ ਰੂਟ ਦੇ ਉੱਤੇ ਚੱਲਣਾ। ਉਸ ਤੋਂ ਬਾਅਦ ਇੱਕ ਰਾਤ ਪਹਿਲਾਂ ਪੁਲਿਸ ਕਹਿ ਰਹੀ ਆ ਕਿ ਤੁਸੀਂ 5,000 ਟਰੈਕਟਰ ਹੀ ਜਿਹੜਾ ਇੱਕ ਮੋਰਚੇ ਤੋਂ ਲਿਜਾ ਸਕਦੇ ਆ, ਕੁੱਲ 15,000 ਟਰੈਕਟਰ ਹੀ ਜਾ ਸਕਦਾ ਆ ਸਿੰਘੂ ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ। ਉਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਕਿਸੇ ਵੀ ਟਰੈਕਟਰ ਦੇ ਉੱਤੇ ਡੈਕ ਨਹੀਂ ਲੱਗੂਗਾ। ਉਸ ਤੋਂ ਬਾਅਦ ਇਹ ਪ੍ਰੋਮਿਸ ਕੀਤਾ ਜਾਂਦਾ ਕਿ ਜਿਹੜੇ ਬੈਰੀਕੇਡ ਆ ਸਵੇਰ ਸਾਰ ਹਟਾਏ ਜਾਣਗੇ। ਕੀ ਇਹ ਸਾਰੇ ਵਾਅਦੇ ਪੂਰੇ ਹੋਏ? ਕੀ ਬੈਰੀਕੇਡ ਜਿਹੜੇ ਹਟਾਏ ਗਏ? ਹੁਣ ਇੱਕ ਪਾਸੇ ਆਪਾਂ ਗੱਲਾਂ ਕਰ ਰਹੇ ਹਾਂ ਕਿ ਅਸੀਂ ਉਹਨਾਂ ਦੇ ਖਿਲਾਫ ਸੰਘਰਸ਼ ਕਰਨ ਗਏ ਹਾਂ ਦਿੱਲੀ, ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਨਾਲ ਨਾਰਾਜ਼ ਹਾਂ, ਅਸੀਂ ਖੇਤੀ ਬਿੱਲ ਵਾਪਸ ਕਰਾਉਣਾ ਚਾਹੁੰਦੇ ਹਾਂ। ਅਤੇ ਕੀ ਅਸੀਂ ਇਹ ਕਾਰਜ ਵਿੱਚ ਸਫਲ ਹੋਏ ਹਾਂ, ਜਾਂ ਕੀ ਅਸੀਂ ਆਪਸ ਵਿੱਚ ਹੀ ਲੜ ਕੇ ਬਹਿ ਗਏ? ਆਪਸ ਵਿੱਚ ਬਲੇਮ ਗੇਮ ਜਿਹੜੀ ਇਹ ਚੱਲ ਰਹੀ ਹੈ। ਕਿਤੇ ਨਾ ਕਿਤੇ ਜਿਹੜੀਆਂ ਪੰਥਕ ਧਿਰਾਂ ਨੇ ਜਾਂ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ, ਇਹਨਾਂ ਵਿੱਚ ਸੱਪ ਅਤੇ ਨੇਲ ਵਾਲੀ ਲੜਾਈ ਜਿਹੜੀ ਆ ਚੱਲ ਰਹੀ ਹੈ। ਕਾਮਰੇਡ ਜਿਹੜੇ ਆ ਉਹ ਖਾਲਿਸਤਾਨੀਆਂ ਤੋਂ ਤਰ੍ਹਾਂ ਡਰ ਰਹੇ ਆ, ਖਾਲਿਸਤਾਨੀ ਜਿਹੜੇ ਆ ਕਾਮਰੇਡਾਂ ਤੋਂ ਡਰ ਰਹੇ ਆ ਵੀ ਉਹ ਨਾ ਕਬਜ਼ਾ ਕਰ ਜਾਵੇ, ਉਹ ਨਾ ਕਬਜ਼ਾ ਕਰ ਜਾਵੇ। ਕਿਤੇ ਨਾ ਕਿਤੇ ਬਲੇਮ ਗੇਮ, ਕ੍ਰੈਡਿਟ ਵਾਰ ਦੀ ਜਿਹੜੀ ਆ ਗੱਲ ਉਹ ਚੱਲ ਰਹੀ ਆ, ਇਹਨੂੰ ਮੰਨਣਾ ਪਊਗਾ। ਹੁਣ ਖੁਦ ਜਿਹੜੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਨੇ, ਉਹ ਕਹਿ ਰਹੇ ਆ ਕਿ 26 ਜਨਵਰੀ ਦਾ ਪ੍ਰੋਗਰਾਮ ਜਿਹੜਾ ਉਹ ਸਾਡਾ ਨਹੀਂ ਸੀ, ਇਹ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਕੇਸ਼ ਟਕੈਤ ਵੱਲੋਂ ਦਿੱਤਾ ਗਿਆ ਸੀਗਾ। ਉਹਨਾਂ ਦਾ ਮਾਣ ਰੱਖਣ ਦੇ ਵਾਸਤੇ ਅਸੀਂ ਹਾਂ ਜਿਹੜੀ ਆ ਕੀਤੀ ਹੈ। ਉਸ ਤੋਂ ਬਾਅਦ ਦੇ ਵਿੱਚ ਜੇ ਇਹ ਪ੍ਰੋਗਰਾਮ ਰੱਖ ਲਿਆ ਸੀ, ਕੀ ਸਾਡੇ ਕੋਲ ਸਮਰੱਥਾ ਸੀ ਕਿ ਅਸੀਂ ਏਡੇ ਵੱਡੇ ਇਕੱਠ ਨੂੰ ਸਾਂਭ ਸਕੀਏ? ਕੀ ਕਿਸਾਨ ਆਗੂਆਂ ਦੀ ਜ਼ਿੰਮੇਵਾਰੀ ਬਣਦੀ ਸੀ ਜਾਂ ਨਹੀਂ ਬਣਦੀ ਸੀ ਕਿ ਉਹਨਾਂ ਨੇ ਕੋਈ ਪ੍ਰਬੰਧ ਕੀਤਾ ਇਸ ਗੱਲ ਦੇ ਵਾਸਤੇ? ਹਮੇਸ਼ਾ ਜਿਹੜਾ ਮੈਂ ਇਹ ਗੱਲ ਕਹਿੰਦਾ ਆਇਆ ਕਿ ਇਹ ਸੰਘਰਸ਼ ਜਿਹੜਾ ਲੋਕਾਂ ਦਾ ਆ, ਕਿਸਾਨ ਲੀਡਰ ਉਹਨਾਂ ਨੇ ਮਾਣ ਤਾਣ ਦੇ ਲਈ ਅੱਗੇ ਲਾਏ ਹੋਏ ਆ। ਕਿਸਾਨ ਲੀਡਰ ਜਿਹੜੇ ਆ ਇਸ ਸੰਘਰਸ਼ ਨੂੰ ਲੈ ਕੇ ਨਹੀਂ ਇੱਥੇ ਤੱਕ ਆਏ। ਸੋ ਜੇ ਲੋਕਾਂ ਦੀ ਗੱਲ ਜਿਹੜੀ ਆਪਾਂ ਨਹੀਂ ਸੁਣਾਂਗੇ ਤਾਂ ਉਹ ਫਿਰ ਲੋਕ ਜਿਹੜੇ ਆ ਬਾਗੀ ਹੋਣਗੇ। ਇਹੀ ਕੁਛ ਜਿਹੜਾ ਆ ਇੱਥੇ ਹੋਇਆ। ਨੌਜਵਾਨ ਬਹੁਤ ਦਿਨਾਂ ਤੋਂ, ਚਾਹੇ ਉਹਨੂੰ ਤੁਸੀਂ ਦੀਪ ਸਿੱਧੂ ਦਾ ਨਾਂ ਦੇ ਲਓ, ਚਾਹੇ ਲੱਖੇ ਸਿਧਾਣੇ ਦਾ ਨਾਂ ਦੇ ਲਓ, ਚਾਹੇ ਤੁਸੀਂ ਉਦੋਕੇ ਦਾ ਨਾਂ ਦੇ ਲਓ, ਜਾਂ ਕੋਈ ਹੋਰ ਨਾਂ ਦੇ ਲਓ, ਉਹ ਗਾਹੇ ਬਗਾਹੇ ਲਾਈਵ ਹੋ ਕੇ ਜਾਂ ਜਿਹੜੀਆਂ ਗੱਲਾਂ ਕਰ ਰਹੇ ਸੀਗੇ, ਜਿੱਥੋਂ ਉਹ ਲੱਗਦਾ ਸੀ ਕਿ ਉਹ ਕਿਸਾਨ ਲੀਡਰਸ਼ਿਪ ਤੋਂ ਖੁਸ਼ ਨਹੀਂ। ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਤੁਸੀਂ ਉਹਨਾਂ ਨੂੰ ਬਹਿ ਕੇ ਪਤਿਆ ਲਓ, ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਠੰਡੇ ਕਰ ਲਓ। ਬਜਦ ਹੋ ਕੇ ਉਹਨਾਂ ਨੂੰ ਬਰਾਬਰ ਦੀ ਧਿਰ ਜਿਹੜੀ ਆ ਬਣਨ ਦੀ ਜਿਹੜੀ ਆ ਉਹ ਪਿਰਤ ਪਾਈ ਗਈ, ਬਰਾਬਰ ਦੀ ਧਿਰ ਬਣਾਇਆ ਗਿਆ, ਜਿਹਦੇ ਵਿੱਚੋਂ ਇਹ ਟਕਰਾਅ ਜਿਹੜਾ ਹੋਰ ਵਧਿਆ। ਹੁਣ ਖੁਦ ਦੀਪ ਸਿੱਧੂ ਨੇ ਕਈ ਵਾਰੀ ਲਾਈਵ ਹੋ ਕੇ ਇਹ ਗੱਲ ਕਹੀ ਕਿ ਕਿਸਾਨ ਲੀਡਰਾਂ ਦੇ ਨਾਲ ਉਹ ਗੱਲ ਕਰਨਾ ਚਾਹੁੰਦੇ ਆ, ਉਹ ਬਹਿਣਾ ਚਾਹੁੰਦੇ ਆ ਉਹਨਾਂ ਦੇ ਨਾਲ, ਉਹਨਾਂ ਨੂੰ ਸਟੇਜ ਦੀ ਭੁੱਖ ਨਹੀਂ ਹੈਗੀ, ਉਹ ਸਟੇਜ 'ਤੇ ਨਹੀਂ ਬੋਲਣਾ ਚਾਹੁੰਦੇ, ਉਹ ਮੀਟਿੰਗਾਂ ਦੇ ਵਿੱਚ ਨਹੀਂ ਜਾਣਾ ਚਾਹੁੰਦੇ। ਕੀ ਕਿਸਾਨ ਆਗੂ ਉਸ ਨੂੰ ਬਿਠਾਲ ਕੇ ਉਹਦੇ ਨਾਲ ਗੱਲ ਕਰਕੇ ਸਾਰੇ ਮਸਲੇ ਨੂੰ ਡਿਫਿਊਜ਼ ਨਹੀਂ ਸੀ ਕਰ ਸਕਦੇ? ਜੋ ਉਹਦੀ ਇੱਕੋ ਇੱਕ ਮੰਗ ਹੀ ਇਹ ਰਹਿ ਗਈ ਸੀਗੀ ਕਿ ਮੇਰੇ ਨਾਲ ਬਹਿ ਕੇ ਗੱਲ ਕਰ ਲਓ, ਮੇਰੀ ਗੱਲ ਸੁਣ ਲਓ। ਉਹ ਗੱਲ ਸੁਣਨ ਤੋਂ ਬਾਅਦ ਉਹਦੇ ਕੋਲ ਕੀ ਮਸਲਾ ਰਹਿ ਜਾਂਦਾ ਕਿ ਤੁਹਾਡੇ ਉਲਟ ਚੱਲ ਜਾਂਦਾ
ਉਹ ਫਿਨਿਸ਼ ਹੋ ਜਾਂਦਾ ਸੀ, ਪਰ ਉਹਨੂੰ ਫਿਨਿਸ਼ ਨਹੀਂ ਹੋਣ ਦਿੱਤਾ ਗਿਆ, ਡਿਫਿਊਜ਼ ਨਹੀਂ ਕੀਤਾ ਗਿਆ, ਉਹਨੂੰ ਬਕਾਇਦਾ ਬਰਾਬਰ ਦੀ ਧਿਰ ਬਣਾ ਕੇ ਪੇਸ਼ ਕੀਤਾ ਗਿਆ। ਉਹੀ ਮਹਾਭਾਰਤ ਵਾਲੀ ਗੱਲ ਕਿ ਕੌਰਵਾਂ ਪਾਂਡਵਾਂ ਵਾਲੀ ਗੱਲ, ਪਾਂਡਵਾਂ ਨੇ ਇਹ ਕਿਹਾ ਸੀਗਾ ਕਿ ਸਾਨੂੰ 5 ਪਿੰਡ ਦੇ ਦਿਓ, ਅਸੀਂ ਪਰੇ ਚਲੇ ਜਾਂਦੇ ਹਾਂ, ਪਰ ਦੁਰਯੋਧਨ ਇਸ ਗੱਲ ਦੇ ਉੱਤੇ ਅੜਿਆ ਰਿਹਾ ਕਿ ਤੁਹਾਨੂੰ 5 ਪਿੰਡ ਵੀ ਨਹੀਂ ਦੇਣੇ, ਤੇ ਉਸਦਾ ਸਿੱਟਾ ਜਿਹੜਾ ਮਹਾਭਾਰਤ ਦੇ ਵਿੱਚ ਨਿਕਲਿਆ। ਤੇ ਅੱਜ ਉਹੀ ਗੱਲ ਸਾਡੇ ਕਿਸਾਨ ਮੋਰਚੇ ਦੇ ਵਿੱਚ ਜਿਹੜੀ ਆ ਹੋ ਰਹੀ ਆ। ਹਾਲਾਂਕਿ ਮੈਨੂੰ ਪੂਰਨ ਯਕੀਨ ਹੈ ਕਿ ਐਡੇ ਵੱਡੇ ਮੋਰਚੇ ਵਿੱਚ ਇਹ ਗੱਲ ਜਿਹੜੀ ਆ ਬਹੁਤ ਛੋਟੀ ਆ। ਅਕਾਲ ਪੁਰਖ ਦੀ ਰਜ਼ਾ ਦੇ ਨਾਲ ਇਹ ਮੋਰਚਾ ਜਿਹੜਾ ਆ ਚੱਲ ਰਿਹਾ ਆ, ਤੇ ਇਹ ਜਿਹੜੇ ਨਿੱਕੇ ਮੋਟੇ ਮਸਲੇ ਆ ਇਹ ਵੀ 24 ਘੰਟਿਆਂ ਦੇ ਵਿੱਚ ਅਲੋਪ ਹੋ ਜਾਣੇ। ਅਸੀਂ ਫਿਰ ਇੱਕ ਸਾਂਝੇ ਤੌਰ ਦੇ ਉੱਤੇ ਕਿਸਾਨ ਮੋਰਚੇ ਦੇ ਵਿੱਚ ਅੱਗੇ ਵਧਣਾ ਆ, ਪਰ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਦਾ ਐਨਾਲਿਸਿਸ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਆ। ਜੇ ਅਸੀਂ ਲੋਕਾਂ ਨੂੰ ਐਡਾ ਵੱਡਾ ਇਕੱਠ ਕਰਕੇ ਸੱਦਿਆ ਆ, ਕਿ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਾਂ ਸੋਚਣਾ ਬਣਦਾ ਕਿ ਸਾਡੀ ਸਮਰੱਥਾ ਸੀ ਅਸੀਂ ਲੋਕਾਂ ਨੂੰ ਸਹੀ ਗਾਈਡ ਕਰ ਸਕੀਏ। ਕੱਲ੍ਹ ਅੱਡ ਲਾਈਵ ਵੀਡੀਓ ਵਿੱਚ ਆਪਾਂ ਦੇਖ ਰਹੇ ਸੀਗੇ ਕਿ ਅਸੀਂ ਲੋਕਾਂ ਨੂੰ ਜਿਹੜਾ ਆ ਉਹ ਗਾਈਡ ਤਾਂ ਕੀ ਕਰ ਸਕਦੇ ਸੀ ਜਾਂ ਉਹਨੂੰ ਸਾਂਭ ਤਾਂ ਕੀ ਸਕਦੇ ਸੀ। ਸਾਡੇ ਕਿਸਾਨ ਆਗੂਆਂ ਦੇ ਜਿਹੜੇ ਟਰੈਕਟਰ ਸੀਗੇ ਜਾਂ ਉਹ ਟਰੱਕ ਸੀਗੇ, ਉਹਨਾਂ ਦੇ ਮੂਹਰੇ ਕੋਈ ਜ਼ਾਬਤਾ ਹੈ ਨਹੀਂ ਗਾ ਸੀਗਾ। ਨੌਜਵਾਨ ਜਿਹੜੇ ਕਦੀ ਮੂਹਰੇ ਆ ਜਾਂਦੇ ਸੀ ਮੋਟਰਸਾਈਕਲਾਂ ਵਾਲੇ, ਕਦੀ ਕੋਈ ਹੋਰ। ਸੋ ਇਹ ਗੱਲ ਹਮੇਸ਼ਾ ਸਮਝਣ ਵਾਲੀ ਰਹੂਗੀ ਕਿ ਜੇ ਸਾਨੂੰ ਲੱਗਦਾ ਕਿ ਲੋਕ ਸਾਡੇ ਕੰਟਰੋਲ ਦੇ ਵਿੱਚ ਨਹੀਂ ਹੈਗੇ, ਤਾਂ ਇਹੋ ਜਿਹੇ ਪ੍ਰੋਗਰਾਮ ਜਿਹੜੇ ਆ ਉਹ ਦੇਣ ਤੋਂ ਗਰੇਜ਼ ਹੋਣਾ ਚਾਹੀਦਾ। ਹੁਣ ਅਸੀਂ ਇੱਕ ਪ੍ਰੋਗਰਾਮ ਹੋਰ ਅਗਾਹਾਂ 1 ਫਰਵਰੀ ਦਾ ਦਿੱਤਾ ਹੋਇਆ। ਕਿਸਾਨ ਆਗੂਆਂ ਦਾ ਕਹਿਣਾ ਕਿ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਹੈ ਅਤੇ ਅਸੀਂ 1 ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਕਰਨਾ। ਜਿਹੜੀ ਸਰਕਾਰ ਨੇ ਤੁਹਾਨੂੰ ਬੈਰੀਕੇਡ ਜਿਹੜੇ ਆ ਤੋਂ ਲਾ ਦਿੱਤੇ, ਤੁਹਾਡੇ ਕਿਸੇ ਦੇ ਉੱਤੇ ਚੱਕੇ ਨਹੀਂ ਅਤੇ ਤੁਹਾਨੂੰ ਰਿੰਗ ਰੋਡ 'ਤੇ ਨਹੀਂ ਵੜਨ ਦਿੱਤਾ, ਕੀ ਉਹ ਤੁਹਾਨੂੰ ਹੁਣ ਉਹ 1 ਫਰਵਰੀ ਨੂੰ ਪਾਰਲੀਮੈਂਟ ਵੱਲ ਕੂਚ ਕਰਨ ਦੇ ਦਊਗੀ? ਇਹ ਗੱਲਾਂ ਜਿਹੜੀਆਂ ਜ਼ਰੂਰ ਸੋਚਣੀਆਂ ਬਣਦੀਆਂ, ਅਤੇ ਇਹ ਪ੍ਰੋਗਰਾਮ ਕੌਣ ਦੇ ਰਿਹਾ ਇਹ ਵੀ ਸਮਝਣ ਵਾਲੀ ਜਿਹੜੀ ਆ ਗੱਲ ਆ। ਦੂਜੇ ਪਾਸੇ ਅਸੀਂ 1-2 ਬੰਦਿਆਂ ਨੂੰ ਕਹੀ ਜਾਂਦੇ ਕਿ ਇਹਨਾਂ ਨੇ ਸਾਡਾ ਪ੍ਰੋਗਰਾਮ ਜਿਹੜਾ ਖਰਾਬ ਕਰ ਦਿੱਤਾ। ਕੀ ਜਿਹੜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਮਾਝੇ ਵਾਲੀ, ਜਿਹਦੇ ਵਿੱਚ 30,000 ਤੋਂ ਉੱਪਰ ਕੇਡਰ ਹੈਗਾ, ਜਿਹੜੀ ਕਿ ਆਪਾਂ ਕਹਿ ਸਕਦੇ ਹਾਂ ਕਿ ਉਗਰਾਹਾਂ ਕਿਸਾਨ ਯੂਨੀਅਨ ਜਿਹੜੀ ਆ, ਉਸ ਤੋਂ ਬਾਅਦ ਕੋਈ ਦੂਜੀ ਵੱਡੀ ਜਥੇਬੰਦੀ ਆ, ਕੀ ਅਸੀਂ ਉਹਨਾਂ ਦੇ ਨਾਲ ਬਹਿ ਕੇ ਗੱਲ ਕੀਤੀ, ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਰਿੰਗ ਰੋਡ ਦੇ ਉੱਤੇ ਨਾ ਜਾਓ, ਤੁਹਾਡਾ ਰਿੰਗ ਰੋਡ 'ਤੇ ਜਾਣਾ ਜਿਹੜਾ ਹਿੰਸਾ ਨੂੰ ਜਨਮ ਦੇ ਸਕਦਾ, ਖਤਰਾ ਪੈਦਾ ਹੋ ਸਕਦਾ ਆ। ਐਨ ਮੌਕੇ ਦੇ ਉੱਤੇ ਆ ਕੇ ਗੱਲਾਂ ਕਿਉਂ ਕੀਤੀਆਂ ਗਈਆਂ, ਇਹ ਲੋਕ ਜਿਹੜੇ ਆ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆ। ਪਰ ਬਾਕੀ ਦੂਜੀ ਗੱਲ ਹੈ, ਇਹ ਇਲਜ਼ਾਮ ਤਰਾਸ਼ੀ ਦਾ ਸਮਾਂ ਨਹੀਂ, ਇਹ ਮੁਲਾਂਕਣ ਦਾ ਸਮਾਂ ਆ, ਆਪੋ ਆਪਣੀਆਂ ਗਲਤੀਆਂ ਜਿਹੜੀਆਂ ਕਬੂਲਣ ਦਾ ਸਮਾਂ ਆ। ਸਾਨੂੰ ਇਹ ਸੋਚਣਾ ਪਊਗਾ ਕਿ ਅਸੀਂ ਆਪਸ ਵਿੱਚ ਲੜੀ ਜਾ ਰਹੇ ਹਾਂ। ਪੰਥਕ ਧਿਰਾਂ ਕਾਮਰੇਡਾਂ ਦੇ ਦੋਸ਼ ਲਾ ਰਹੀਆਂ, ਕਾਮਰੇਡ ਪੰਥਕ ਧਿਰਾਂ ਦੇ ਦੋਸ਼ ਲਾ ਰਹੇ ਆ, ਤੁਸੀਂ ਮੋਰਚਾ ਫੇਲ ਕਰਾ ਦੇਣਾ, ਕਹਿੰਦੇ ਤੁਸੀਂ ਕਰਾ ਦੇਣਾ। ਕੀ ਜਿਹੜਾ ਸਾਡਾ ਸਾਂਝਾ ਦੁਸ਼ਮਣ ਆ ਸਰਕਾਰ, ਜਿਹਦੇ ਨਾਲ ਅਸੀਂ ਇੱਥੇ ਲੜਨ ਆਏ ਹਾਂ, ਖੇਤੀ ਬਿੱਲ ਰੱਦ ਕਰਾਉਣ ਆਏ ਹਾਂ, ਕੀ ਅਸੀਂ ਉਹਨੂੰ ਕੋਈ ਸੇਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਏ ਹਾਂ? ਕੱਲ੍ਹ ਜਿਹੜੀ ਦਿੱਲੀ ਦੀ ਟਰੈਕਟਰ ਪਰੇਡ ਆਪਾਂ ਕੱਢੀ ਆ, ਮਾਰਚ ਕੱਢਿਆ, ਇਹਦਾ ਫਾਇਦਾ ਕੀ ਹੋਇਆ? ਇਹ ਆਪਾਂ ਕੀ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਕਵਰੇਜ ਕਰਨ ਵਿੱਚ ਸਫਲ ਹੋਏ ਆ? ਕੀ ਇਸ ਦੇ ਨਾਲ ਭਾਰਤ ਸਰਕਾਰ ਜਿਹੜੀ ਆ ਉਹਨੂੰ ਕੋਈ ਸੇਕ ਲੱਗਾ, ਉਹ ਆਪਣੇ ਦਬਾਅ ਹੇਠ ਆ ਗਈ ਆ? ਇਹ ਸਾਰੀਆਂ ਗੱਲਾਂ ਸਾਨੂੰ ਸੋਚਣੀਆਂ ਬਣਦੀਆਂ, ਅਤੇ ਅੱਗਾਂ ਤੋਂ ਪ੍ਰੋਗਰਾਮ ਦੇਣ ਦੇ ਵਾਸਤੇ ਪਹਿਲਾਂ ਵਿਚਾਰ ਜਿਹੜੀ ਆ ਕਰਨੀ ਉਹ ਬਹੁਤ ਜ਼ਰੂਰੀ ਆ। ਬਾਕੀ ਰਹੀ ਗੱਲ ਗੋਦੀ ਮੀਡੀਆ ਦੀ, ਹੁਣ ਅਸੀਂ ਗੋਦੀ ਮੀਡੀਆ ਦੇ ਮਗਰ ਲੱਗ ਕੇ ਆਪਣਿਆਂ ਨੂੰ ਭੰਡ ਰਹੇ ਹਾਂ ਕਿ ਗੋਦੀ ਮੀਡੀਆ ਜਿਹੜਾ ਜੀ ਉਹ ਕਹਿ ਰਿਹਾ, ਦੇਖੋ ਜੀ ਉੱਥੇ ਤਾਂ ਖਾਲਿਸਤਾਨੀਆਂ ਨੇ ਆਹ ਕਰ ਦਿੱਤਾ, ਉੱਥੇ ਤਾਂ ਝੰਡੇ ਝੁਲਾ ਦਿੱਤੇ। ਉਹ ਤਾਂ ਜੋ ਕਹਿ ਹੀ ਰਿਹਾ ਆ, ਤੁਹਾਨੂੰ ਪਤਾ ਇਸ ਗੱਲ ਦਾ ਕਿ ਉਹ ਜਿਹੜਾ ਖਾਲਿਸਤਾਨੀ ਝੰਡਾ ਸੀਗਾ, ਜਾਂ ਉਹ ਕੇਸਰੀ ਝੰਡਾ ਸੀਗਾ, ਜਾਂ ਉਹ ਕਿਸਾਨ ਯੂਨੀਅਨ ਦਾ ਝੰਡਾ ਸੀਗਾ? ਅਸੀਂ ਉਹ ਨੈਰੇਟਿਵ ਜਿਹੜਾ ਗੋਦੀ ਮੀਡੀਆ ਦੇ ਰਿਹਾ ਆ, ਜਿਹੜਾ ਕਿ ਸਾਨੂੰ ਪਹਿਲੇ ਦਿਨ ਤੋਂ ਅੱਤਵਾਦੀ ਕਹਿ ਰਿਹਾ, ਪਾਕਿਸਤਾਨੀ ਕਹਿ ਰਿਹਾ, ਕਦੀ ਚੀਨ ਤੋਂ ਸਪੋਂਸਰਡ ਕਹਿ ਰਿਹਾ ਆ, ਕੀ ਅਸੀਂ ਹੁਣ ਉਹ ਗੱਲਾਂ ਕਰਨੀਆਂ ਜੋ ਉਹ ਸਾਡੇ ਮੂੰਹ ਵਿੱਚ ਪਾ ਰਿਹਾ, ਜਾਂ ਅਸੀਂ ਉਹਨਾਂ ਦਾ ਨੈਰੇਟਿਵ ਜਿਹੜਾ ਆ ਉਹ ਚੇਂਜ ਕਰਨਾ ਆ? ਇਹ ਗੱਲਾਂ ਬਣਦੀਆਂ, ਇਹ ਸੋਚਣਾ ਬਣਦਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਸਾਡਾ ਮੋਰਚਾ ਸਾਂਝਾ ਆ, ਅਸੀਂ ਏਕਤਾ ਦੇ ਨਾਲ ਚਲਾਉਣਾ ਆ। ਅਤੇ ਫਿਰ ਕੀ ਏਕਤਾ ਜਿਹੜੀ ਸਾਡੀ ਉਹ ਸਰਕਾਰ ਦੇ ਉਲਟ ਹੋਣੀ ਚਾਹੀਦੀ ਹੈ ਕਿ ਆਪਸੀ ਲੜਾਈ ਦੇ ਵਾਸਤੇ ਹੋਣੀ ਚਾਹੀਦੀ ਹੈ? ਇਹ ਸਾਰੀਆਂ ਤਰ੍ਹਾਂ ਨੂੰ ਜ਼ਰੂਰ ਸੋਚਣ ਦੀ ਗੱਲ ਹੈਗੀ ਹੈ। ਬਾਕੀ ਸਰਕਾਰ ਨੇ ਪੂਰਾ ਧੱਕਾ ਕੀਤਾ। ਜੇ ਆਪਾਂ ਦੇਖਿਆ ਜਾਵੇ ਕਿ ਉਗਰਾਹਾਂ ਜਥੇਬੰਦੀ ਜਿਹੜੇ ਉਹਨਾਂ ਦਾ ਮਾਰਚ ਸੀ ਟਿਕਰੀ ਬਾਰਡਰ ਤੋਂ ਤੁਰਨ ਵਾਲਾ, ਉਹ ਜੋ ਸਰਕਾਰ ਨੇ ਤੈਅਸ਼ੁਦਾ ਪਲਾਨ ਦਿੱਤਾ ਸੀਗਾ ਉਹਦੇ ਉੱਤੇ ਚੱਲਿਆ। ਉਹਨਾਂ ਨੂੰ ਵੀ ਬੈਰੀਕੇਡ ਜਿਹੜੇ ਆ ਨਹੀਂ ਹਟਾ ਕੇ ਦਿੱਤੇ ਗਏ, ਉਹਨਾਂ ਦੇ ਉੱਤੇ ਵੀ ਨੰਗਲੋਈ ਦੇ ਵਿੱਚ ਲਾਠੀ ਚਾਰਜ ਹੋਇਆ। ਉਹਨਾਂ ਨੇ ਤਾਂ ਕਿਸੇ ਸਰਕਾਰੀ ਹੁਕਮ ਦੀ ਅਦੂਲੀ ਨਹੀਂ ਸੀ ਕੀਤੀ, ਉਹਨਾਂ ਦੇ ਨਾਲ ਵੀ ਧੱਕਾ ਕੀਤਾ ਗਿਆ। ਇਸੇ ਤਰ੍ਹਾਂ ਯੂਪੀ ਵਾਲੀ ਸਾਈਡ ਤੋਂ ਗਾਜ਼ੀਪੁਰ ਬਾਰਡਰ ਟੱਪ ਕੇ ਜਿਹੜੇ ਬਜ਼ੁਰਗ ਲੋਕ ਯੂਪੀ ਤੋਂ ਆਏ ਆ, ਜਿਨ੍ਹਾਂ ਦੇ ਵਿੱਚ ਯੂਪੀ ਦੇ ਲੋਕਲ ਲੋਕ ਅਤੇ ਉੱਥੋਂ ਦੇ ਯੂਪੀ ਦੇ ਸਿੱਖ ਉੱਤਰਾਖੰਡ ਦੇ ਸ਼ਾਮਲ ਸੀ, ਉਹਨਾਂ ਬਜ਼ੁਰਗਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ ਉੱਥੇ, ਨਿਹੱਥਿਆਂ ਬਜ਼ੁਰਗਾਂ ਨੂੰ।
ਉਹ ਤਾਂ ਕੋਈ ਗਲਤ ਕੁਛ ਨਹੀਂ ਸੀ ਕਰ ਰਹੇ, ਉਹ ਤਾਂ ਕਦੇ ਝੰਡਾ ਨਹੀਂ ਸੀ ਚੜ੍ਹਾ ਰਹੇ, ਉਹ ਤਾਂ ਸਿਰਫ ਤੈਅਸ਼ੁਦਾ ਪ੍ਰੋਗਰਾਮ ਤੈਅਸ਼ੁਦਾ ਰੂਟ ਦੇ ਉੱਤੇ ਚੱਲ ਰਹੇ ਸੀਗੇ। ਅਕਸ਼ਰਧਾਮ ਮੰਦਿਰ ਦੇ ਕੋਲ ਉਹਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ, ਅਥਰੂ ਗੈਸ ਛੱਡੀ ਗਈ। ਇਸ ਕਰਕੇ ਜਿਹੜੀਆਂ ਇਹ ਗੱਲਾਂ ਸੋਚਣੀਆਂ ਵਾਲੀਆਂ ਆ। ਅਤੇ ਇਹ ਜਿਹੜੀ ਸਾਡਾ ਸੰਘਰਸ਼ ਹੈ, ਇਹ ਸਿੱਧਤ ਕਿੱਧਰ ਨੂੰ ਆ? ਸਾਡੇ ਆਪਣੇ ਵੱਲ ਨੂੰ ਸਿੱਧਤ ਆ ਇੱਕ ਦੂਏ ਵੱਲ ਨੂੰ, ਜਾਂ ਇਹ ਸਰਕਾਰ ਵੱਲ ਨੂੰ ਸਿੱਧਤ ਹੋਣਾ ਚਾਹੀਦਾ? ਇਹ ਗੱਲਾਂ ਜਿਹੜੀਆਂ ਆ ਉਹ ਸੋਚਣੀਆਂ ਚਾਹੀਦੀਆਂ। ਬਾਕੀ ਸਾਡੇ ਵਿੱਚ ਕਿਤੇ ਨਾ ਕਿਤੇ ਭਾਵਨਾ ਜਿਹੜੀ ਆ ਰਹੀ ਹੈ ਕਿ ਸਾਨੂੰ ਆਪਣਾ ਆਪ ਹੀ ਮਾੜਾ ਲੱਗੀ ਜਾਂਦਾ, ਸਾਨੂੰ ਆਪਣੇ ਆਪ ਦੇ ਵਿੱਚ ਇਹ ਨੁਕਸ ਦਿਸੀ ਜਾਂਦੇ ਆ। ਹੀਣ ਭਾਵਨਾ ਦੇ ਤਹਿਤ ਅਸੀਂ ਆਪਣੇ ਆਪ ਨੂੰ ਮਾੜਾ ਕਹੀ ਜਾਂਦੇ ਵੀ ਜੋ ਵੀ ਕੁਛ ਮਾੜਾ ਹੋ ਰਿਹਾ ਇਹ ਸਾਡੇ ਕਰਕੇ ਹੋ ਰਿਹਾ, ਜਦੋਂ ਕਿ ਦੂਜੇ ਲੋਕ ਅੱਜ ਵੀ ਤੁਹਾਡੀਆਂ ਸਿਫਤਾਂ ਕਰ ਰਹੇ ਆ। ਜੇ ਗੋਦੀ ਮੀਡੀਆ ਤੁਹਾਡਾ ਅਕਸ ਵਿਗਾੜਨ ਦੇ ਵਿੱਚ ਸਫਲ ਹੋ ਰਿਹਾ ਹੁੰਦਾ ਤਾਂ ਕੀ ਦਿੱਲੀ ਦੇ ਲੋਕ ਤੁਹਾਨੂੰ ਦੇਖਣ ਲਈ ਸੜਕਾਂ 'ਤੇ ਖੜ੍ਹਦੇ? ਕੀ ਦਿੱਲੀ ਦੇ ਲੋਕ ਤੁਹਾਡੇ ਉੱਤੇ ਫੁੱਲਾਂ ਦੀ ਵਰਖਾ ਕਰਦੇ? ਤੁਹਾਡਾ ਚਾਹ ਕੇ ਵੀ ਸਰਕਾਰ ਜਿਹੜਾ ਅਕਸਰ ਵਿਗਾੜ ਨਹੀਂ ਸਕੀ। ਇਹ ਗੱਲਾਂ ਨੂੰ ਸਮਝਣ ਦੀ ਲੋੜ ਹੈਗੀ ਆ, ਅਗਾਂਹ ਚੱਲਣ ਦੀ ਲੋੜ ਆ। ਅੱਜ ਇਹੀ ਕਾਰਨ ਆ ਕਿ ਦਿੱਲੀ ਦੇ ਜਿਹੜੇ ਵੱਡੇ ਵੱਡੇ ਪੱਤਰਕਾਰ ਨੇ, ਭਾਰਤ ਦੇ ਜਿਹੜੇ ਅੱਡ ਅੱਡ ਬੁੱਧੀਜੀਵੀ ਆ, ਉਹ ਕਹਿ ਰਹੇ ਆ ਕਿ ਤੁਸੀਂ ਦੇਖੋ 2 ਲੱਖ ਟਰੈਕਟਰ ਇਕੱਠਾ ਹੋਇਆ, 10 ਲੱਖ ਬੰਦਾ ਇਕੱਠਾ ਹੋਇਆ, ਕਿਸੇ ਗੱਡੀ ਦਾ ਸ਼ੀਸ਼ਾ ਨਹੀਂ ਭੱਜਾ, ਕਿਸੇ ਲੜਕੀ ਨਾਲ ਛੇੜਖਾਨੀ ਨਹੀਂ ਹੋਈ, ਕਿਸੇ ਘਰ ਦਾ ਫੁੱਲ ਤੱਕ ਨਹੀਂ ਤੋੜਿਆ ਗਿਆ, ਕਿਤੇ ਕੋਈ ਵੱਟਾ ਨਹੀਂ ਚੱਲਿਆ, ਲੋਕ ਸਿਰਫ ਕਿਤੇ ਵੀ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਨਹੀਂ ਹੋਇਆ। ਸੋ ਇਹ ਗੱਲਾਂ ਜਿਹੜੀਆਂ ਸਿਫਤਾਂ ਤੁਹਾਡੀਆਂ ਦੂਜੇ ਲੋਕ ਕਰ ਰਹੇ ਆ, ਪਰ ਅਸੀਂ ਆਪਣੇ ਆਪ ਨੂੰ ਭੰਡੀ ਜਾ ਰਹੇ ਹਾਂ। ਇਹ ਗੱਲਾਂ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਆ। ਅਤੇ ਰਹੀ ਗੱਲ ਕਿਸਾਨ ਮੋਰਚੇ ਦੀ, ਕਿਸਾਨ ਮੋਰਚਾ ਬਹੁਤ ਵੱਡਾ ਅੰਦੋਲਨ ਆ। ਮੈਂ ਪਹਿਲਾਂ ਵੀ ਕਹਿ ਰਿਹਾ ਕਿ ਨਾ ਕੋਈ 1-2 ਬੰਦੇ ਇਹਨੂੰ ਖਰਾਬ ਕਰ ਸਕਦੇ ਆ, ਨਾ ਕੋਈ 1-2 ਬੰਦੇ ਜਿਹੜੇ ਇਹਨੂੰ ਚਲਾ ਸਕਦੇ ਆ। ਪਰ ਜਦੋਂ ਕੋਈ ਇਹੋ ਜਿਹੀ ਵਿੱਚ ਗੱਲ ਆਉਂਦੀ ਆ ਤਾਂ ਸਾਡੀ ਜਿਹੜੀ ਪੋਜ਼ੀਟਿਵਿਟੀ ਉੱਡ ਜਾਂਦੀ ਆ, ਨੈਗੇਟਿਵਿਟੀ ਭਾਰੂ ਹੋ ਜਾਂਦੀ ਆ। ਇਸ ਕਰਕੇ ਇੱਕ ਵਾਰੀ ਫਿਰ ਸਿਰ ਜੋੜ ਕੇ ਬੈਠੀਏ, ਆਪੋ ਆਪਣੀਆਂ ਭੁੱਲਾਂ ਵਿਚਾਰੀਏ, ਜਿੱਥੇ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਇਹ ਮੋਰਚਾ ਸਫਲ ਹੋਣਾ ਆ, ਹਰ ਹਾਲ ਹੋਣਾ ਆ। ਇਹਦੀ ਸਫਲਤਾ ਦੇ ਲਈ ਇੱਕ ਵਾਰੀ ਪੂਰਾ ਜ਼ੋਰ ਲਾ ਦਈਏ। ਇੱਥੇ ਪ੍ਰੋਗਰਾਮ ਖਤਮ ਕਰਨ ਦੀ ਇਜਾਜ਼ਤ ਦਿਓ। ਇੱਕ ਵਾਰੀ ਫਿਰ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।